स्वागत। देश विदेश में बैठे सारे दर्शकों का बहुत बहुत स्वागत करते हैं उन्होंने अपने प्रोग्राम गल्लां ते गीत दे विच। साथी हथ वधाउणा इस मिशन के नाल विश्व भर दे विच NGOs निस्वार्थ भावां दे नाल लोकां दी सेवा कर रही है ते विश्व नूं एक बेहतर थां बनाउण दी कोशिश कर रही है। तो खास तौर पर मैं अज NGO की गल इसलिए शुरू की क्योंकि अज 27 फरवरी है तो पूरे विश्व दे विच असी वर्ल्ड NGO डे मना रहे हैं। ये दिन क्यों मनाया जाता है, किस तरह मनाया जाता है, NGOs किस तरह काम करदियां ने, ये सारियां गल्लां अज असी प्रोग्राम गल्लां ते गीत दे विच करांगे ते यही अज दा साडा खास विषय है। तो गलबात करन लई स्टूडियो दे विच मेरे नाल मौजूद ने। बहुत बहुत स्वागत करदे हां हरविंदर कौर जी दा। हरविंदर कौर जी प्रेजिडेंट ने NGO पहल दे। NGO पहल जो कि पिछले 27 साल तो लगातार लोगों की सेवा कर रही है। अज वर्ल्ड NGO डे ते गलबात होएगी NGOs की कारगुजारी दी ते नाल ही ये खास दिन क्यों मनाया जाता है इसकी। तो बहुत बहुत मैम तुहाडा स्वागत करदी हां मैं स्टूडियो दे विच। मैं कहा जी शुक्रिया तुहाडा सारे दूरदर्शन DD पंजाबी दे सारे दर्शकों का बहुत बहुत शुक्रिया कि मैनूं तुसीं इत्थे बुलाया दूरदर्शन ते गलबात करन वास्ते। थैंक यू। तो प्रोग्राम की शुरुआत इत्थों ही करते हैं। तुहाडे तो सब तो पहला यही जानते हैं कि अज पूरे विश्व के विच वर्ल्ड NGO डे मनाया जा रहा है तो क्यों मनाया जाता है इस दिन नूं, की इतिहास है इहदे पिछे? 2009 ਦੇ ਵਿੱਚ ਸਕੈਡਮੈਨ ਨੇ ਪਹਿਲੀ ਵਾਰੀ ਇਹ ਓਬਜ਼ਰਵ ਕੀਤਾ ਸੀਗਾ ਕਿ ਇਹ ਦਿਨ ਜਿਹੜਾ ਹੈ ਮਨਾਇਆ ਜਾਣਾ ਚਾਹੀਦਾ ਹੈ। ਆਮ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ NGO ਜਿਹੜੀਆਂ ਨੇ ਉਹ ਕੀ ਕੰਮ ਕਰਦੀਆਂ ਨੇ। ਫਿਰ 2010 ਦੇ ਵਿੱਚ ਯੂਰਪ ਦੇ ਵਿੱਚ ਫਿਰ ਇਹ ਗੱਲ ਚੱਲੀ ਕਿ ਦਿਨ ਮਨਾਇਆ ਜਾਣਾ ਚਾਹੀਦਾ ਹੈ ਤੇ ਲੇਕਿਨ ਇਹ ਦਿਨ ਜਿਹੜਾ ਹੈ 2014 ਤੋਂ 27 ਫਰਵਰੀ 2014 ਤੋਂ ਲਗਾਤਾਰ ਇਹ ਦਿਨ ਮਨਾਇਆ ਜਾਣਾ ਚਾਹੀਦਾ। ਮੋਟਿਵ ਇਹਦਾ ਇਹ ਸੀਗਾ ਕਿ ਆਮ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਵੀ ਇਸ ਦਿਨ ਦੇ ਮਤਲਬ ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ NGO ਕੰਮ ਕੀ ਕਰਦੀਆਂ ਨੇ। ਹਾਂ, NGO ਮਤਲਬ ਨੌਨ ਗਵਰਨਮੈਂਟ ਆਰਗੇਨਾਈਜੇਸ਼ਨ ਜਿਹੜੀਆਂ ਗੈਰ ਸਰਕਾਰੀ ਸੰਸਥਾਵਾਂ ਨੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਫੰਡ ਨਹੀਂ ਮਿਲਦਾ, ਸਰਕਾਰ ਲਈ ਕੋਈ ਜਵਾਬਦੇਹ ਨਹੀਂ ਹੈ, ਲੇਕਿਨ ਉਹ ਸਰਕਾਰ ਦਾ ਹੀ ਕੰਮ ਕਰ ਰਹੀਆਂ ਉਹ ਲੋਕਾਂ ਤੱਕ ਮੈਸੇਜ ਜਾਵੇ, ਸਾਰੇ ਲੋਕਾਂ ਨੂੰ ਪਤਾ ਲੱਗੇ, ਇਸ ਕਰਕੇ ਦਿਨ ਜਿਹੜਾ ਮਨਾਇਆ ਜਾਂਦਾ ਹੈ। ਤੇ ਜੇ ਥੀਮ ਦੀ ਗੱਲ ਕਰੀਏ ਤੇ ਹਰ ਸਾਲ ਜਿਹੜੀ ਇੱਕ ਥੀਮ ਦਿੱਤੀ ਜਾਂਦੀ ਹੈ ਉਹਦੇ ਤੇ ਕੰਮ ਕੀਤਾ ਜਾਂਦਾ ਹੈ ਤੇ 2023 ਦੀ ਥੀਮ ਦੀ ਜੇ ਗੱਲ ਕਰੀਏ ਤੇ ਵਰਲਡ NGO ਡੇ ਤੇ ਕੀ ਥੀਮ ਹੈ, ਕਿ ਕਿਸ ਮਿਸ਼ਨ ਨੂੰ ਲੈ ਕੇ ਕੰਮ ਕੀਤਾ ਜਾਏਗਾ? ਹਾਂਜੀ, ਐਤਕੀ ਨਾ ਥੀਮ ਦੇ ਵਿੱਚ 3 ਚੀਜ਼ਾਂ ਉਹਨਾਂ ਨੇ ਮੇਨ ਕਵਰ ਕੀਤੀਆਂ ਨੇ। ਪਹਿਲਾ ਹੈ ਮਨੁੱਖੀ ਅਧਿਕਾਰਾਂ ਦਾ ਜੋ ਘਾਣ ਹੋ ਰਿਹਾ ਹੈ ਉਹਨੂੰ ਮੇਨਟੇਨ ਕਰਨ ਵਾਸਤੇ, ਮਨੁੱਖੀ ਅਧਿਕਾਰਾਂ ਨੂੰ ਬਚਾਉਣ ਵਾਸਤੇ। ਦੂਸਰਾ ਇਹਦੇ ਵਿੱਚ ਆਸਪੈਕਟ ਲਿਆ ਗਿਆ ਹੈ ਜਿਹੜਾ ਸਮਾਜਿਕ ਤੇ ਵਾਤਾਵਰਣਕ ਜਿਹੜੀਆਂ ਚੁਣੌਤੀਆਂ ਆਈਆਂ ਨੇ ਉਸ ਚੁਣੌਤੀਆਂ ਨੂੰ ਕਿਵੇਂ ਆਪਾਂ ਦੂਰ ਕਰਨਾ ਹੈ, NGO ਦੇ ਵਿੱਚ ਪ੍ਰਮੁੱਖ ਰੋਲ ਅਦਾ ਕਰੇ, ਇਸ ਚੀਜ਼ ਨੂੰ ਲੈ ਕੇ ਬਣਾਇਆ ਗਿਆ। ਤੇ ਤੀਸਰਾ ਇਹਦੇ ਵਿੱਚ ਕਿਹਾ ਸਸਟੇਨੇਬਲ ਡਿਵੈਲਪਮੈਂਟ, ਜਿਹੜਾ ਸਥਾਈ ਵਿਕਾਸ ਹੈ ਉਸ ਸਥਾਈ ਵਿਕਾਸ ਦੇ ਵਿੱਚ ਜਿਹੜੀ ਹੈ ਆਪਣੀਆਂ NGOs ਨੇ ਉਹ ਕੀ ਰੋਲ ਅਦਾ ਕਰਨਗੀਆਂ। ਇਸ ਤਰ੍ਹਾਂ 3 ਆਸਪੈਕਟਸ ਔਰ ਕਿਆ ਦੇਖਿਆ ਜਾਵੇ ਤੇ ਇਹੀ ਆਪਣੇ 3 ਆਸਪੈਕਟਸ ਨੇ ਜਿਹੜੇ ਇਸ ਵੇਲੇ ਏਜੰਡਾ ਹੈ ਆਪਣਾ ਤੇ ਉਸ ਨੂੰ ਦੂਰ ਕਰਨ ਲਈ ਹਰ ਕੋਈ NGO ਜਿਹੜੀ ਹੈ ਕਿਸੇ ਨਾ ਕਿਸੇ ਮਿਸ਼ਨ ਦੇ ਨਾਲ ਜੁੜੀ ਹੋਈ ਹੈ ਔਰ ਇਸ ਆਸਪੈਕਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਗੱਲ ਇਹ ਕਰੀਏ ਕਿ ਵਰਲਡ NGO ਡੇ ਨੂੰ ਮਨਾਇਆ ਕਿਸ ਤਰ੍ਹਾਂ ਜਾਂਦਾ ਹੈ, ਪੂਰੇ ਵਿਸ਼ਵ ਦੇ ਵਿੱਚ ਅੱਜ ਇਸ ਗੱਲ ਦੀ ਚਰਚਾ ਹੋ ਰਹੀ ਹੈ ਤੇ ਕਿਸ ਤਰ੍ਹਾਂ ਮਨਾਇਆ ਜਾਏਗਾ ਇਸ ਦਿਨ ਨੂੰ? ਦੇਖੋ, ਹਰ ਕੋਈ ਸੰਸਥਾ ਜਿਹੜੀ ਹੈ ਆਪਣੇ ਇਸ ਲੈਵਲ ਤੇ ਕੰਮ ਕਰਦੀ ਹੈ, ਉਹ ਹਰ ਕੋਈ ਇਹ ਦੱਸਣਾ ਚਾਹੁੰਦੀ ਹੈ ਕਿ ਅਸੀਂ ਕਿਸ ਮਿਸ਼ਨ ਨੂੰ ਲੈ ਕੇ ਇਹ NGO ਜਿਹੜੀ ਹੈ ਸ਼ੁਰੂ ਕੀਤੀ ਹੈ। ਤੇ ਮੇਨ ਮਕਸਦ ਇਹਦਾ ਇਹ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਜੋ ਗਵਰਨਮੈਂਟਸ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਲੋਕਾਂ ਦੇ ਫਾਇਦੇ ਵਾਸਤੇ ਬਣਾਈਆਂ ਗਈਆਂ ਨੇ ਔਰ ਲੋਕਾਂ ਤੱਕ ਕਈ ਵਾਰੀ ਉਹ ਫਾਇਦਾ ਡਾਇਰੈਕਟ ਰੂਪ ਵਿੱਚ ਨਹੀਂ ਪਹੁੰਚ ਪਾਉਂਦਾ ਤੇ ਉਹ ਡਾਇਰੈਕਟ ਰੂਪ ਦੇ ਵਿੱਚ ਪਹੁੰਚ ਪਾਏ। ਉਸ ਜਿਹੜਾ ਗੈਪ ਹੈ, ਪਾੜਾ ਹੈ ਜਿਹੜਾ, ਉਸ ਨੂੰ ਦੂਰ ਕਰਨ ਵਾਸਤੇ NGOs ਜਿਹੜੀਆਂ ਨੇ ਉਹਨਾਂ ਨੇ ਵਰਕ ਸ਼ੁਰੂ ਕੀਤਾ ਤੇ ਲੋਕਾਂ ਤੱਕ NGO ਦਾ ਮੈਸੇਜ ਜਾ ਸਕੇ, ਲੋਕਾਂ ਨੂੰ ਪਤਾ ਲੱਗੇ ਕਿ NGO ਕਿਉਂ ਬਣੀਆਂ ਨੇ, ਕੀ ਕੰਮ ਕਰਦੀਆਂ ਨੇ ਔਰ ਉਹਨਾਂ ਨੂੰ ਕੰਮ ਨੂੰ ਆਪਣੇ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਕਿਹੜੀਆਂ ਰੁਕਾਵਟਾਂ ਆਉਂਦੀਆਂ ਨੇ, ਉਹ ਸਾਰੀਆਂ ਚੀਜ਼ਾਂ ਲੋਕਾਂ ਤੱਕ ਸਾਰੀ ਚੀਜ਼ ਮੈਸੇਜ ਜਾ ਸਕੇ। ਇਸ ਕਰਕੇ ਇਹ ਦਿਨ ਨੂੰ ਆਬਜ਼ਰਵ ਕਰਨਾ ਜ਼ਰੂਰੀ ਮੰਨਿਆ ਗਿਆ। ਤੇ ਨਾਲ ਇਹ ਵੀ ਗੱਲ ਤੁਹਾਡੇ ਨਾਲ ਕਰਦੇ ਹਾਂ, ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ NGOs ਦੇ ਅਸਲ ਦੇ ਵਿੱਚ ਕੀ ਕੰਮ ਨੇ, ਕੀ ਕੰਮ NGOs ਕਰਦੀਆਂ ਨੇ। ਹਾਂਜੀ, ਇਸ ਤਰ੍ਹਾਂ ਹੈ ਕਿ ਜਦੋਂ ਕੋਈ NGO ਬਣਦੀ ਹੈ ਤੇ ਹਰ ਕੋਈ ਇੱਕ ਲਾਈਕ ਮਾਈਂਡਡ ਪਰਸਨ ਇਕੱਠੇ ਹੋ ਕੇ ਤਾਂ ਉਹ ਕਿਸੇ ਨਾ ਕਿਸੇ ਇੱਕ ਮਿਸ਼ਨ ਨੂੰ ਲੈ ਕੇ NGO ਬਣਾਉਂਦੇ ਨੇ। ਤੇ
ਉਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਫਿਰ ਉਹ ਸਾਨੂੰ ਵਲੰਟੀਅਰਸ ਦੀ, ਸਾਨੂੰ ਮੀਨਸ ਐਨਜੀਓਜ਼ ਨੂੰ ਵਲੰਟੀਅਰਸ ਦੀ ਲੋੜ ਹੁੰਦੀ ਹੈ। ਉਹ ਵਲੰਟੀਅਰਸ ਜਿਹੜੇ ਨੇ ਉਹ ਮਿਲ ਕੇ ਸਾਨੂੰ ਡੋਨੇਸ਼ਨਸ, ਮੈਂਬਰਸ਼ਿਪ ਹੁੰਦੀ ਹੈ, ਉਸ ਮੈਂਬਰਸ਼ਿਪ ਦੇ ਵਿੱਚ ਕੁਝ ਡੋਨੇਸ਼ਨ ਆ ਜਾਂਦੀ ਹੈ, ਕੁਝ ਲੋਕ ਸਾਨੂੰ ਡੋਨੇਸ਼ਨ ਜਿਹੜੇ ਨੇ ਐਨਜੀਓਜ਼ ਨੂੰ ਦਿੰਦੇ ਨੇ, ਔਰ ਉਸ ਡੋਨੇਸ਼ਨ ਦੇ ਨਾਲ ਤੇ ਇਹ ਵਲੰਟੀਅਰਸ ਦੇ ਨਾਲ ਅਸੀਂ ਉਹ ਜਿਹੜਾ ਮਿਸ਼ਨ ਹੈ ਉਹਨੂੰ ਪੂਰਾ ਕਰਦੇ ਹਾਂ। ਜਿਸ ਤਰ੍ਹਾਂ ਕਿ ਸਮਾਜਿਕ ਖੇਤਰ ਦੇ ਵਿੱਚ ਬਹੁਤ ਸਾਰੀਆਂ ਉਨਤਾਈਆਂ ਨੇ, ਬਹੁਤ ਸਾਰੀਆਂ ਕਮੀਆਂ ਨੇ, ਜਿਸ ਤਰ੍ਹਾਂ ਕਿ ਬਹੁਤ ਗਰੀਬ ਲੋਕ ਨੇ, ਗਰੀਬਾਂ ਤੱਕ ਰੋਟੀ ਨਹੀਂ ਪੂਰੀ ਪਹੁੰਚ ਰਹੀ, ਐਜੂਕੇਸ਼ਨ ਨਹੀਂ, ਸਾਖਰਤਾ ਮਿਸ਼ਨ ਜਿਹੜਾ ਉਹ ਪੂਰਾ ਨਹੀਂ ਸਰਕਾਰ ਨੇ ਬਣਾਇਆ ਹੈ ਲੇਕਿਨ ਉਹ ਲੋਕਾਂ ਤੱਕ ਪਹੁੰਚ ਨਹੀਂ ਪਾ ਰਿਹਾ ਹੈ ਨਾ। ਤੇ ਉਹ ਐਨਜੀਓ ਜਿਹੜੇ ਨੇ ਕੋਈ ਸਕੂਲ ਖੋਲ ਕੇ, ਕੁਝ ਟਿਊਸ਼ਨ ਸੈਂਟਰ ਖੋਲ ਕੇ, ਕੁਝ ਬੱਚਿਆਂ ਨੂੰ ਇਕੱਠਿਆਂ ਕਰਕੇ, ਸਲਮ ਵਾਲੇ ਬੱਚਿਆਂ ਨੂੰ, ਝੁੱਗੀ ਝੌਂਪੜੀ ਵਾਲੇ ਬੱਚਿਆਂ ਨੂੰ ਇਕੱਠਿਆਂ ਕਰਕੇ ਆਪਾਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਵਾਤਾਵਰਣ ਖੇਤਰ ਦੇ ਵਿੱਚ ਕਿੰਨੀਆਂ ਚੁਣੌਤੀਆਂ ਆ ਰਹੀਆਂ ਨੇ ਹਨਾ, ਉਹ ਫਿਰ ਜਿਹੜੇ ਐਨਜੀਓ ਜਿਹੜੇ ਨੇ ਉਹ ਇਹ ਸੋਚਦੀਆਂ ਨੇ ਕਿ ਅਸੀਂ ਵਾਤਾਵਰਣ ਦੇ ਵਿੱਚ ਕੰਮ ਕਰਨਾ, ਉਹ ਫਿਰ ਉਹਦੇ ਨਾਲ ਰਿਲੇਟਿਡ ਜਿਹੜੀਆਂ ਸਮਾਜ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਪਹਿਲਾਂ ਲਾਈਕ ਮਾਈਂਡਡ ਪਰਸਨ ਇਕੱਠੇ ਹੋ ਕੇ ਉਹਨਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਨੇ, ਫਿਰ ਉਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਜਿੱਥੇ ਪਲਾਂਟੇਸ਼ਨ ਕਰਨ ਦੀ ਲੋੜ ਹੈ ਉੱਥੇ ਪਲਾਂਟੇਸ਼ਨ ਕਰਦੇ ਨੇ, ਜਿੱਥੇ ਯੂਥ ਨੂੰ ਵਿੱਚ ਇੰਡਲਜ ਕਰਨ ਦੀ ਲੋੜ ਹੈ ਉੱਥੇ ਉਹਨਾਂ ਨੂੰ ਆਪਾਂ ਨੇਚਰ ਵਾਕ ਕਰਵਾਉਂਦੇ ਆ, ਨੇਚਰ ਵਾਕ ਕਰਵਾ ਕੇ ਲੋਕਾਂ ਨੂੰ ਹਰ ਇੱਕ ਪਲਾਂਟਸ ਦੇ ਬਾਰੇ, ਹਰ ਇੱਕ ਇਨਵਾਇਰਨਮੈਂਟ ਦੇ ਬਾਰੇ ਉਹਨਾਂ ਨੂੰ ਦੱਸਿਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਜਿੱਥੇ ਹੁਣ ਦਰਿਆ ਹੈ ਉੱਥੇ ਕੂੜਾ ਬੜਾ ਫੈਲਿਆ ਹੋਇਆ, ਸੁੱਟਿਆ ਹੋਇਆ, ਲੋਕਾਂ ਨੂੰ ਅਵੇਅਰ ਕਰਦੇ ਆ ਕਿ ਵੀ ਇਹ ਸਾਡੇ ਸਾਰੇ ਪਾਣੀ ਨੇ, ਪਾਣੀ ਸਾਡਾ ਮਤਲਬ ਆਧਾਰ ਹੈ ਜ਼ਿੰਦਗੀ ਦਾ, ਉਸ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਹੈ ਨਾ। ਤਾਂ ਇਹ ਹਰ ਕੋਈ ਐਨਜੀਓ ਜਿਸ ਮਿਸ਼ਨ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੁੰਦੀ ਹੈ ਉਹ ਫਿਰ ਉਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਇਹ ਸਭ ਕੁਝ ਨੂੰ ਕਰਦੇ ਆ। ਹਾਂ, ਇਸੇ ਤਰ੍ਹਾਂ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਨਾ। ਜਦੋਂ ਕੋਈ ਸੰਸਥਾ, ਜਿਵੇਂ ਕੋਈ ਫੈਕਟਰੀ ਸ਼ੁਰੂ ਕੀਤੀ ਜਾਂਦੀ ਹੈ, ਕੋਈ ਦੁਕਾਨ ਸ਼ੁਰੂ ਕੀਤੀ ਜਾਂਦੀ ਹੈ, ਕੋਈ ਸੰਸਥਾ ਸ਼ੁਰੂ ਕੀਤੀ ਜਾਂਦੀ ਹੈ, ਉਹਨਾਂ ਦਾ ਜਿੱਥੇ ਤਾਂ ਇੱਕ ਆਪਣਾ ਪ੍ਰੋਡਕਟ ਬਣਾ ਕੇ ਵੇਚਣਾ ਹੁੰਦਾ ਹੈ ਨਾ, ਪਰ ਉੱਥੇ ਇੱਕ ਮਿਸ਼ਨ ਉਹਨਾਂ ਦਾ ਇੱਕ ਪੈਸਾ ਕਮਾਉਣਾ ਵੀ ਹੁੰਦਾ। ਐਨਜੀਓ ਦਾ ਮਿਸ਼ਨ ਪੈਸਾ ਕਮਾਉਣਾ ਨਹੀਂ ਹੁੰਦਾ, ਉਹਨੂੰ ਹੁੰਦਾ ਵੀ ਸਾਨੂੰ ਕਿਤੋਂ ਡੋਨੇਸ਼ਨ ਮਿਲ ਜਾਏਗੀ ਤੇ ਅਸੀਂ ਆਪਣੇ ਮਿਸ਼ਨ ਨੂੰ ਪੂਰਾ ਕਰਾਂਗੇ। ਇਹ ਚੀਜ਼ ਨੂੰ ਕਰਕੇ ਆਪਾਂ ਐਨਜੀਓ ਤੇ ਜਿਸ ਤਰ੍ਹਾਂ ਤੁਸੀਂ ਵੱਖ-ਵੱਖ ਪੱਖ ਦੱਸੇ ਕਿ ਸਮਾਜਿਕ ਤੌਰ ਤੇ ਜਾਂ ਕਿਸ ਤਰ੍ਹਾਂ ਆਰਥਿਕ ਤੌਰ ਤੇ ਕਿੱਦਾਂ ਐਨਜੀਓਸ ਕੰਮ ਕਰਦੀਆਂ, ਸਮਾਜਿਕ ਤੌਰ ਤੇ ਵਿਸਥਾਰ ਦੇ ਨਾਲ ਤੁਹਾਡੇ ਤੋਂ ਜਾਣਾਂਗੇ। ਜਿਸ ਤਰ੍ਹਾਂ ਸਮਾਜਿਕ ਤੌਰ ਤੇ ਐਨਜੀਓਸ ਜਿਹੜੀਆਂ ਉਹ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰਦੀਆਂ ਨੇ, ਕੀ ਮੁਸ਼ਕਿਲਾਂ ਇਸ ਸਮਾਜਿਕ ਤੌਰ ਤੇ ਲੋਕਾਂ ਨੂੰ ਆ ਰਹੀਆਂ ਨੇ? ਦੇਖੋ, ਇਸ ਤਰ੍ਹਾਂ ਮੈਂ ਜਿਵੇਂ ਹੁਣ ਦੱਸਿਆ ਕਿ ਰੋਜ਼ੀ ਰੋਟੀ ਕਮਾਉਣ ਵਾਸਤੇ ਲੋਕੀ ਆਪਣੀ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਵੀ ਚਲੇ ਜਾਂਦੇ ਨੇ। ਆਪਾਂ ਉਹਨਾਂ ਨੂੰ ਸਲਮ ਕਹਿ ਦਿੰਦੇ ਹਾਂ, ਉਹ ਬੈਠਦੇ ਨੇ, ਉਹ ਆਪਣਾ ਰੋਜ਼ੀ ਰੋਟੀ ਕਮਾਉਂਦੇ, ਉਹ ਫਿਰ ਬੱਚਿਆਂ ਵੱਲ ਧਿਆਨ ਹੀ ਨਹੀਂ ਦਿੰਦੇ ਉਹਨਾਂ ਨੂੰ, ਜਦ ਕਿ ਗੌਰਮੈਂਟ ਵੱਲੋਂ ਹੈ ਵੀ ਹੈ ਕਿ ਫ੍ਰੀ ਵਿੱਚ ਪੜ੍ਹਾਈ ਜਾ ਰਹੀ ਹੈ, ਪਰ ਆਧਾਰ ਕਾਰਡ ਚਾਹੀਦਾ, ਉਹਨਾਂ ਕੋਲ ਆਧਾਰ ਕਾਰਡ ਨਹੀਂ ਹੈ ਜਾਂ ਆਧਾਰ ਕਾਰਡ ਲਈ ਅਵੇਅਰ ਨਹੀਂ ਹੈ, ਉਹ ਫਿਰ ਬੱਚਿਆਂ ਨੂੰ ਸਕੂਲ 'ਚ ਦਾਖਲ ਹੀ ਨਹੀਂ ਕਰਾਉਂਦੇ। ਫਿਰ ਅਸੀਂ ਐਨਜੀਓ ਕੀ ਕਰਦੇ ਹਾਂ, ਆਪਣੇ ਇੱਕ ਸਕੂਲ ਖੋਲ੍ਹਦੇ ਹਾਂ, ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਦਾ ਹੈ ਤੇ ਉਹਨਾਂ ਨੂੰ ਕਰਦੇ ਹਾਂ। ਫਿਰ ਔਰਤਾਂ ਨੇ ਉਹ ਮਤਲਬ ਨੋ ਡਾਊਟ ਕਿ ਔਰਤ ਕਾਫੀ ਉੱਠ ਗਈ ਹੈ, ਆਪਣਾ ਉਹਨੇ ਕਾਫੀ ਤਰੱਕੀ ਕਰ ਲਈ ਹੈ, ਪਰ ਪਿੰਡਾਂ ਦੇ ਵਿੱਚ ਹਜੇ ਵੀ ਔਰਤ ਦਾ ਕੋਈ ਬਹੁਤ ਜ਼ਿਆਦਾ ਵਿਕਾਸ ਨਹੀਂ ਹੈ। ਅਸੀਂ ਫਿਰ ਉਹਨਾਂ ਨੂੰ ਸਕਿੱਲ ਦਿਲਵਾਉਂਦੇ ਹਾਂ, ਹਾਂ, ਕਿਸੇ ਸਕਿੱਲ ਟ੍ਰੇਨਿੰਗ ਦੇ ਕੇ ਤੇ ਉਹਨਾਂ ਨੂੰ ਲਾਈਵਲੀਹੁੱਡ ਸੈਲਫ ਹੈਲਪ ਗਰੁੱਪ ਬਣਾ ਕੇ ਸਕਿੱਲ ਦੇ ਕੇ ਤੇ ਆਪਾਂ ਉਹਨਾਂ ਦੀ ਡਿਵੈਲਪਮੈਂਟ ਕਰਦੇ ਹਾਂ। ਔਰ ਮਾਨਨਾ ਇੱਕ ਔਰਤ ਹੋਣ ਦੇ ਨਾਤੇ ਮੇਰਾ ਮਾਨਨਾ ਹੈ ਕਿ ਜਦੋਂ ਇੱਕ ਔਰਤ ਆਪ ਕੰਮ ਕਰਦੀ ਹੈ ਤੇ ਉਹਦੇ ਬੱਚੇ ਜਿਹੜੇ ਨੇ ਉਹ ਫਿਰ ਗਲਤ ਪਾਸੇ ਨਹੀਂ ਜਾਂਦੇ, ਉਹਨਾਂ ਦੀ ਵੀ એનર્ਜੀ ਚੈਨਲਾਈਜ਼ ਹੁੰਦੀ ਹੈ ਤੇ ਉਹ ਵੀ ਫਿਰ ਬਰਾਬਰ ਦਾ ਨਾਲ ਆਪਣੀ ਮਾਂ ਦੇ ਨਾਲ ਕੰਮ ਕਰਵਾ ਕੇ ਤੇ ਉਹ ਸਾਡੇ ਸਮਾਜ ਦੇ ਵਿਕਾਸ ਦੇ ਵਿੱਚ ਹਿੱਸਾ ਪਾਉਂਦੇ ਨੇ। ਇਸ ਤਰ੍ਹਾਂ ਚੁਣੌਤੀ ਸਾਨੂੰ ਇਹ ਆਉਂਦੀ ਹੈ ਕਿ ਔਰਤਾਂ ਨੇ, ਮਾਪੇ ਨੇ, ਉਹ ਅਵੇਅਰ ਹੀ ਨਹੀਂ ਹੈ ਕਿ ਬੱਚਿਆਂ ਨੂੰ ਸਕੂਲ ਭੇਜਣ, ਤੇ ਫਿਰ ਉਹਨਾਂ ਨੂੰ ਮਨਾਉਣਾ ਪੈਂਦਾ, ਹਾਈਜੀਨ ਦੇ ਉੱਪਰ ਲੈਕਚਰ ਦੇਣਾ ਪੈਂਦਾ, ਸਮਝਾਉਣਾ ਪੈਂਦਾ ਰੋਜ਼ ਨਹਾਉਣਾ ਕਿਉਂ ਜ਼ਰੂਰੀ ਹੈ, ਤਿਆਰ ਹੋ ਕੇ ਆਉਣਾ ਕਿਉਂ ਜ਼ਰੂਰੀ ਹੈ, ਫਿਰ ਤੁਸੀਂ ਕਿਤਾਬਾਂ ਪੜ੍ਹਨੀਆਂ ਕਿਉਂ ਜ਼ਰੂਰੀ ਹੈ, ਪੜ੍ਹਾਈ ਦੇਖੋ, ਹੁਣੇ ਕਿਤੇ ਲੰਗਰ ਲੱਗਿਆ ਉੱਥੇ ਰੋਟੀ ਖਾਵਾਂਗੇ, ਸਾਨੂੰ ਹੁਣੇ ਪੇਟ ਭਰ ਜਾਣਾ। ਜੇ ਮੈਂ ਹੁਣੇ ਪੜ੍ਹਾਈ ਕਰਾਂਗੀ, ਅੱਜ ਮੈਂ ਪੜ੍ਹ ਲਾਂਗੀ, ਉਹਦਾ ਫਾਇਦਾ ਮੈਨੂੰ ਅੱਜ ਨਹੀਂ ਹੋਣਾ। ਉਹ ਚੀਜ਼ ਉਹਨਾਂ ਨੂੰ ਸਮਝਾਉਣੀ ਪੈਂਦੀ ਹੈ ਕਿ ਪੜ੍ਹਾਈ ਲਿਖਾਈ ਦਾ ਕੀ ਫਾਇਦਾ। ਤੇ ਇਹ ਚੀਜ਼ਾਂ ਹੁਣ ਠੀਕ ਹੈ, ਸਾਖਰਤਾ ਮਿਸ਼ਨ ਹੈ, ਆਪਾਂ ਚਾਹੁੰਦੇ ਹਾਂ ਸਾਰੇ ਪੜ੍ਹ ਜਾਣ, ਪਰ ਉਹ ਪੜ੍ਹਾਈ ਦਾ ਫਾਇਦਾ ਕੀ ਹੈ, ਇਹ ਚੀਜ਼ ਉਹਨਾਂ ਨੂੰ ਦੱਸਣੀ ਪੈਂਦੀ ਹੈ। ਇਹ ਇੱਕ ਸਾਨੂੰ ਕਾਫੀ ਵੱਡੀ ਮਤਲਬ ਆਪਣੀ ਐਨਜੀਓਜ਼ ਨੂੰ ਕਾਫੀ ਇਹ ਆਂਦਾ, ਇਸ ਦਾ ਸੰਘਰਸ਼ ਕਰਨਾ ਪੈਂਦਾ। ਫਿਰ ਪੈਸੇ ਦੀ ਡੋਨੇਸ਼ਨ ਹੈ, ਆਪਾਂ ਮਤਲਬ
ਹਰ ਕੋਈ ਚਾਹੁੰਦਾ ਹੈ ਕਿ ਵੀ ਆਪਾਂ ਦਸਵੰਧ ਕੱਢਦੇ ਆ ਹਨਾ ਜੀ ਜੀ ਲੇਕਿਨ ਉਸ ਦਸਵੰਧ ਨੂੰ ਕਿਸ ਪਾਸੇ ਲਗਾਉਣਾ ਹੈ ਹਨਾ ਇਹ ਚੀਜ਼ ਸਾਡਾ ਇਹ ਦਿਨ ਵੀ ਆਬਜ਼ਰਵ ਕਰਨ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਪਤਾ ਲੱਗੇ ਐਨਜੀਓਸ ਕਿਹੜੇ ਕੰਮ ਕਰਦੇ ਆ। ਅਗਰ ਕੋਈ ਦਸਵੰਧ ਨੂੰ ਆਪਣੇ ਐਜੂਕੇਸ਼ਨ ਵਾਲੇ ਫੀਲਡ ਦੇ ਵਿੱਚ ਜਿੱਥੇ ਅਸੀਂ ਆਪ ਹਰ ਥਾਂ ਨਹੀਂ ਜਾ ਸਕਦੇ ਉੱਥੇ ਤੁਸੀਂ ਐਨਜੀਓ ਦੇ ਵਿੱਚ ਤੁਸੀਂ ਡੋਨੇਸ਼ਨ ਦੇ ਸਕਦੇ ਹੋ ਤੇ ਉਹਦੇ ਨਾਲ ਐਨਜੀਓ ਨੂੰ ਵੀ ਫਾਇਦਾ ਹੋ ਜਾਏਗਾ ਕਿ ਉਹ ਬੱਚਿਆਂ ਨੂੰ ਪੜ੍ਹਾ ਰਹੀ ਹੈ। ਪਿੰਡਾਂ ਦੇ ਵਿੱਚ ਔਰਤਾਂ ਨੂੰ ਸਕਿੱਲ ਟ੍ਰੇਨਿੰਗ ਦੇ ਰਹੇ ਹਾਂ ਅਸੀਂ ਉਹਦੇ ਵਿੱਚ ਵੀ ਔਰਤਾਂ ਨੂੰ ਮਨਾਉਣਾ ਵੀ ਤੁਸੀਂ ਆਪਣਾ ਘਰ ਦਾ ਕੰਮ ਛੱਡ ਕੇ ਆਓ ਤੁਹਾਨੂੰ ਅਸੀਂ ਫ੍ਰੀ ਦੇ ਵਿੱਚ ਸਾਰਾ ਕੁਝ ਸਿਖਾ ਰਹੇ ਹਾਂ। ਸਿਖਾਉਣ ਦਾ ਮੋਟਿਵ ਕੀ ਹੈ ਸਾਡਾ ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਜੇ ਤੁਸੀਂ ਕੰਮ ਕਰੋਗੇ ਆ ਤਾਂ ਕੀ ਉਹਦਾ ਫਾਇਦਾ ਹੋਏਗਾ। ਜੀ ਮਤਲਬ ਔਰਤਾਂ ਨੂੰ ਜਾਗਰੂਕ ਕਰਨ ਦੇ ਪੂਰੇ ਉਪਰਾਲੇ ਜਿਹੜੇ ਹੈ ਉਹ ਐਨਜੀਓਜ਼ ਵੱਲੋਂ ਕੀਤੇ ਜਾਂਦੇ ਨੇ ਤਾਂ ਕਿ ਉਹ ਔਰਤਾਂ ਜਿਹੜੀ ਇਹ ਸੋਚਦੀਆਂ ਕਿ ਸ਼ਾਇਦ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਇਹ ਸਮਝਾਉਣਾ ਕਿ ਤੁਹਾਡੇ ਵਿੱਚ ਵੀ ਬਹੁਤ ਤਾਕਤ ਹੈ ਬਹੁਤ ਹਿੰਮਤ ਹੈ ਤੁਸੀਂ ਵੀ ਅੱਗੇ ਵੱਧ ਕੇ ਦੇਸ਼ ਦੇ ਵਿਕਾਸ ਲਈ ਕੰਮ ਕਰ ਸਕਦੇ ਹੋ। ਇਹ ਜਦੋਂ ਤੁਸੀਂ ਇਸ ਮਿਸ਼ਨ ਤੇ ਚੱਲਦੇ ਹੋ ਔਰਤਾਂ ਨੂੰ ਸਮਝਾਉਂਦੇ ਹੋ ਉਸ ਵੇਲੇ ਕੀ ਤੁਹਾਨੂੰ ਪ੍ਰੋਬਲਮਸ ਆਉਂਦੀਆਂ ਕੀ ਮੁਸ਼ਕਿਲਾਂ ਆਉਂਦੀਆਂ ਨੇ ਕਿ ਇੰਨਾ ਸੌਖਾ ਜਿੰਨੀ ਅਸੀਂ ਗੱਲ ਕਰ ਰਹੇ ਹਾਂ ਇੱਥੇ? ਨਹੀਂ ਬਿਲਕੁਲ ਵੀ ਸੌਖਾ ਨਹੀਂ ਹੈ ਬਹੁਤ ਹੀ ਮੁਸ਼ਕਿਲ ਹੈ। ਫ੍ਰੀ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੁੰਦੀ ਹੈ ਪਰ ਉਹਨਾਂ ਨੂੰ ਇਹ ਲੱਗਦਾ ਕਿ ਮੇਰੇ ਪਤੀ ਨੇ ਇੰਨੇ ਵਜੇ ਕੰਮ ਤੇ ਜਾਣਾ ਤੇ ਮੈਂ ਰੋਟੀ ਬਣਾਉਣੀ ਹੈ ਮੇਰੇ ਬੱਚਿਆਂ ਨੇ ਸਕੂਲ ਜਾਣਾ ਤੇ ਮੈਂ ਇਹ ਕੰਮ ਕਰਨਾ ਉਹ ਟਾਈਮ ਮੈਨੇਜਮੈਂਟ ਹੀ ਨਹੀਂ ਕਰਨਾ ਆਉਂਦੀ ਉਹਨਾਂ ਨੂੰ ਇਹ ਲੱਗਦਾ ਕਿ ਸਾਡੀ ਥੋੜੀ ਜਿਹੀ ਕਮਾਈ ਦੇ ਨਾਲ ਕੀ ਹੋ ਜਾਣਾ। ਉਹਨਾਂ ਨੂੰ ਬਾਰ-ਬਾਰ ਸਮਝਾਈਦਾ ਕਿ ਰੋਟੀ ਵੇਲਣ ਵਾਸਤੇ ਵੀ ਪਲੇਥਨ ਦੀ ਲੋੜ ਪੈਂਦੀ ਹੈ ਜੇ ਸਾਡੀ ਪੂਰੀ ਨਹੀਂ ਹੋਏਗੀ ਕਮ ਸੇ ਕਮ ਪਲੇਥਨ ਦਾ ਜਾਏਗਾ ਨਾ ਪਲੇਥਨ ਦਾ ਕੰਮ ਤਾਂ ਕਰੇਗੀ ਨਾ ਸਾਡੀ ਕਮਾਈ ਤੇ ਉਹਨਾਂ ਨੂੰ ਬਾਰ-ਬਾਰ ਸਮਝਾਉਣਾ ਪੈਂਦਾ ਮਨਾਉਣਾ ਪੈਂਦਾ ਉਹਨਾਂ ਨੂੰ ਉਹਨਾਂ ਦੀ ਇੰਪੋਰਟੈਂਸ ਦੱਸਣੀ ਪੈਂਦੀ ਹੈ ਉਹਨਾਂ ਨੂੰ ਘਰੋਂ ਕੱਢ ਕੇ ਬਾਹਰ ਲਿਆ ਕੇ ਤੇ ਟ੍ਰੇਨਿੰਗ ਦੇਣੀ ਪੈਂਦੀ ਹੈ। ਪ੍ਰੋਬਲਮਸ ਤਾਂ ਬਹੁਤ ਆਉਂਦੀਆਂ ਨੇ ਪਰ ਜਦੋਂ ਫਿਰ ਕੰਮ ਕਰਨ ਲੱਗ ਜਾਂਦੀਆਂ ਫਿਰ ਉਹਨਾਂ ਨੂੰ ਸਵਾਦ ਆਉਂਦਾ ਫਿਰ ਉਹਨਾਂ ਨੂੰ ਲੱਗਦਾ ਕਿ ਵੀ ਅਸੀਂ ਜੇ ਕੰਮ ਕੀਤਾ ਤੇ ਉਹਦੇ ਨਾਲ ਸਾਡੀ ਘਰ ਦੀ ਆਰਥਿਕ ਹਾਲਤ ਨੂੰ ਬਹੁਤ ਫਰਕ ਪਿਆ। ਜੀ ਤੇ ਜਿਸ ਤਰ੍ਹਾਂ ਔਰਤਾਂ ਦੀ ਗੱਲ ਕੀਤੀ ਕਿ ਔਰਤਾਂ ਨੂੰ ਜਾਗਰੂਕ ਕਰਨ ਲਈ ਇਸ ਤਰ੍ਹਾਂ ਉਪਰਾਲੇ ਕੀਤੇ ਜਾਂਦੇ ਨੇ ਇਸ ਤਰ੍ਹਾਂ ਜੇ ਯੂਥ ਦੀ ਗੱਲ ਕਰੀਏ ਕਿਉਂਕਿ ਜੇ ਅਸੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਨਾਲ ਜੋੜਦੇ ਹਾਂ ਜਾਂ ਨੌਜਵਾਨ ਪੀੜ੍ਹੀ ਸਾਡੇ ਨਾਲ ਰਲ ਕੇ ਕੰਮ ਕਰਦੀ ਹੈ ਤੇ ਦੇਸ਼ ਦਾ ਵਿਕਾਸ ਵਿਸ਼ਵ ਦਾ ਵਿਕਾਸ ਹੋ ਸਕਦਾ ਹੈ। ਬਿਲਕੁਲ ਹੋ ਸਕਦਾ ਹੈ। ਸਾਡੇ ਤਾਂ ਦੇਸ਼ ਦੇ ਵਿੱਚ ਯੂਥ ਹੈ ਹੀ ਬਹੁਤ ਜ਼ਿਆਦਾ ਔਰ ਯੂਥ ਦੀ એનર્ਜੀ ਨੂੰ ਚੈਨਲਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਇਹ ਹੁਣ ਤੱਕ ਕਾਲਜਿਸ ਕਈ ਜਿਹੜੀਆਂ ਮੈਨੇਜਮੈਂਟ ਸੰਸਥਾਵਾਂ ਨੇ ਉਹਨਾਂ ਦੇ ਕੋਰਸਿਸ ਵਿੱਚ ਵੀ ਇਹ ਸ਼ਾਮਲ ਹੋ ਗਿਆ ਕਿ ਤੁਸੀਂ ਐਨਜੀਓ ਦੇ ਵਿੱਚ ਥੋੜੇ ਦਿਨ ਲਗਾ ਕੇ ਆਓ ਲੇਕਿਨ ਆਪਣੇ ਪੰਜਾਬ ਵਾਲੇ ਹਿੱਸੇ 'ਚ ਨਾ ਲੋਕਾਂ ਵਿੱਚ ਇੰਨੀ ਅਵੇਅਰਨੈਸ ਨਹੀਂ ਹੈਗੀ ਖਾਸ ਕਰਕੇ ਬੱਚਿਆਂ ਵਿੱਚ ਤਾਂ ਬਿਲਕੁਲ ਨਹੀਂ ਅਵੇਅਰਨੈਸ ਹੈਗੀ ਕਿ ਵੀ ਉਹ ਕਿਸੇ ਐਨਜੀਓ ਦੇ ਵਿੱਚ ਕੰਮ ਕਰਨ ਜਾ ਕੇ ਹਨਾ ਉਹਨਾਂ ਨੂੰ ਲੱਗਦਾ ਫ੍ਰੀ 'ਚ ਕੰਮ ਕਰਨਾ ਕੀ ਫਾਇਦਾ ਫ੍ਰੀ 'ਚ ਕੰਮ ਕਰਨ ਦਾ ਜਾਂ ਤਾਂ ਸਾਨੂੰ ਤੁਸੀਂ ਕੁਝ ਦਿਓ। ਉਹਨਾਂ ਨੂੰ ਲੱਗਦਾ ਹੀ ਨਹੀਂ ਹੈ ਕਿ ਵੀ ਉਹ ਕੰਮ ਕਰਕੇ ਹੀ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਹੋਣੀ ਹੈ। ਇੱਕ ਪਰਸਨੈਲਿਟੀ ਇਨਸਾਨ ਦੀ ਡਿਵੈਲਪ ਹੀ ਉਦੋਂ ਹੁੰਦੀ ਹੈ ਜਦੋਂ ਉਹ ਕੰਮ ਕਰਦਾ। ਸਾਡੇ ਕੋਲ ਕਈ ਕਾਲਜਿਸ ਦੇ ਬੱਚੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਸਰਟੀਫਿਕੇਟ ਦੇ ਦਿਓ ਕਿ ਅਸੀਂ ਐਨਜੀਓ ਵਿੱਚ ਕੰਮ ਕੀਤਾ ਪਰ ਅਸੀਂ ਕਦੀ ਨਹੀਂ ਐਨਜੀਓ ਪਹਿਲ ਐਨਜੀਓ ਦੇ ਵਿੱਚੋਂ ਅਸੀਂ ਅੱਜ ਤੱਕ ਕਦੀ ਨਹੀਂ ਫੇਕ ਸਰਟੀਫਿਕੇਟ ਦਿੱਤਾ। ਤੇ ਨੌਜਵਾਨ ਜੇ ਉਹਨਾਂ ਨੂੰ ਜਾਗਰੂਕ ਕਰਨ ਦੀ ਗੱਲ ਕਰੀਏ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ ਤੇ ਜਾਗਰੂਕ ਕਰਨ ਦੀ ਗੱਲ ਕਰੀਏ ਤੇ ਐਨਜੀਓਜ਼ ਕਿੱਦਾਂ ਮਦਦ ਕਰਦੀਆਂ ਨੇ ਕਿ ਉਹਨਾਂ ਦੀ ਜ਼ਿੰਦਗੀ ਬਿਹਤਰ ਹੋ ਸਕੇ ਉਹਨਾਂ ਨੂੰ ਬਿਹਤਰ ਭਵਿੱਖ ਮਿਲ ਸਕੇ ਤੇ ਇਸ ਗੱਲ ਦੀ ਸੋਝੀ ਵੀ ਆਵੇ ਉਹਨਾਂ ਨੂੰ? ਦੇਖੋ ਪਰਸਨੈਲਿਟੀ ਡਿਵੈਲਪਮੈਂਟ ਜਦੋਂ ਉਹਨਾਂ ਦੀ ਹੋ ਜਾਏਗੀ ਪਰਸਨੈਲਿਟੀ ਡਿਵੈਲਪਮੈਂਟ ਉਹਦੀ ਕੰਮ ਦੇ ਥਰੂ ਹੋਏਗੀ। ਜਿਹੜੀ ਐਨਜੀਓ ਜਿਸ ਮਿਸ਼ਨ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੈ ਉਹ ਆਪਣੇ ਉਸ ਮਿਸ਼ਨ ਦੇ ਵਿੱਚ ਹੀ ਉਹਨਾਂ ਬੱਚਿਆਂ ਨੂੰ ਆਪਣੇ ਨਾਲ ਲਗਾਏਗੀ। ਜਿਸ ਤਰ੍ਹਾਂ ਆਪਾਂ ਹੁਣ ਪਹਿਲ ਦੇ ਵਿੱਚ ਬੱਚੇ ਆਉਂਦੇ ਨੇ ਸਾਡੇ ਪਹਿਲ ਦੇ ਵਿੱਚ ਅਲੱਗ-ਅਲੱਗ ਪ੍ਰੋਜੈਕਟ ਚੱਲ ਰਹੇ ਨੇ ਹਨਾ ਉਸ ਪ੍ਰੋਜੈਕਟਸ ਦੇ ਵਿੱਚ ਸਾਡੇ ਕੋਲ ਜਦੋਂ ਬੱਚੇ ਆਉਂਦੇ ਨੇ ਕੈਲਕਟਾ ਤੋਂ ਸਾਡੇ ਕਾਫੀ ਮਤਲਬ ਬੱਚੇ ਆਉਂਦੇ ਨੇ ਜਿਹੜੇ ਕਿ ਉਹ ਕੇਰਲਾ ਤੋਂ ਬੱਚੇ ਸਾਡੇ ਕੋਲ ਆਉਂਦੇ ਨੇ ਬੰਬੇ ਤੋਂ ਬੱਚੇ ਸਾਡੇ ਕੋਲ ਆਉਂਦੇ ਨੇ ਇੱਥੇ ਵੀ ਯੂਨੀਵਰਸਿਟੀ ਜਿਹੜੀ ਹੈ ਉਸ ਯੂਨੀਵਰਸਿਟੀ ਤੋਂ ਬੱਚੇ ਆਉਂਦੇ ਨੇ ਤੇ ਉਹਨਾਂ ਨੂੰ ਅਸੀਂ ਫਿਰ ਜਿਹੜੇ ਸਾਡੇ ਵੱਖ-ਵੱਖ ਫੀਲਡ ਦੇ ਵਿੱਚ ਕੰਮ ਚੱਲ ਰਿਹਾ ਹੁੰਦਾ ਬੱਚਿਆਂ ਨੂੰ ਅਸੀਂ ਉੱਥੇ ਭੇਜਦੇ ਹਾਂ। ਪਹਿਲਾ ਦਿਨ ਉਹਨਾਂ ਕੋਲੋਂ ਲਿਖਵਾਉਂਦੇ ਆ ਕਿ ਤੁਸੀਂ ਕਿਉਂ ਆਏ ਹੋ ਤੇ ਜਦੋਂ ਜਾਂਦੇ ਨੇ ਤੇ ਫਿਰ ਉਹਨਾਂ ਕੋਲੋਂ ਫੀਡਬੈਕ ਲੈਂਦੇ ਆ ਕਿ ਤੁਹਾਨੂੰ ਇਹ 15 ਦਿਨ ਕਈਆਂ ਦੀ 15 ਦਿਨ ਦੀ ਟ੍ਰੇਨਿੰਗ ਹੁੰਦੀ ਕਈਆਂ ਦੀ 25 ਦਿਨ ਕਈਆਂ ਦੀ 40 ਦਿਨ ਤੇ ਉਹ 40 ਦਿਨ ਦੀ ਟ੍ਰੇਨਿੰਗ ਕਰਕੇ ਉਹਨਾਂ ਨੂੰ ਕੀ ਫਾਇਦਾ ਹੋਇਆ ਅਸੀਂ ਉਹਨਾਂ ਕੋਲੋਂ ਫੀਡਬੈਕ ਲੈਂਦੇ ਆ ਰੀਅਲੀ ਮੈਨੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹ ਵੀ ਸਮੱਸਿਆਵਾਂ ਹੈਗੀਆਂ ਨੇ। ਉਹ ਯੂਥ ਨੂੰ ਨਹੀਂ ਅਵੇਅਰ ਨਹੀਂ ਹੈਗੇ ਮਾਪੇ ਖੁਦ ਹੀ ਨਹੀਂ ਅਵੇਅਰ ਹੈਗੇ ਤੇ ਫਿਰ ਅੱਗੋਂ ਬੱਚੇ ਵੀ ਉਸ ਤਰ੍ਹਾਂ ਨਾਲ ਅਵੇਅਰ ਨਹੀਂ ਹੁੰਦੇ। ਫਿਰ ਜਦੋਂ ਐਨਜੀਓ ਵਿੱਚ ਕੰਮ ਕਰਦੇ ਨੇ ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਸਮਾਜ ਵਿੱਚ ਸਮੱਸਿਆਵਾਂ ਚੱਲ ਰਹੀਆਂ
ਚਾਹੀਦੀਆਂ ਨੇ ਔਰ ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਦੂਰ ਕਰ ਸਕਦੇ ਹਾਂ। ਜੀ ਜੀ, ਕਿਉਂਕਿ ਆਮ ਤੌਰ ਤੇ ਇਹ ਧਾਰਨਾ ਹੈ ਇਸ ਚੀਜ਼ ਤੋਂ ਸਾਰੇ ਜਾਣੂ ਆ ਕਿ ਜੇ NGOs ਨਾਲ ਅਸੀਂ ਜੁੜ ਰਹੇ ਹਾਂ ਜਾਂ NGO ਦੇ ਥਰੂ ਕਿਸੇ ਦੀ ਮਦਦ ਕੀਤੀ ਜਾ ਰਹੀ ਹੈ ਤੇ ਉਹਦੇ ਵਿੱਚ ਆਰਥਿਕ ਮਦਦ ਹੋਏਗੀ। ਤੇ ਬਹੁਤ ਲੋਕ ਪਹੁੰਚ ਕਰਦੇ ਨੇ NGOs ਤੱਕ ਇਲਾਜ ਕਰਾਉਣ ਲਈ ਜਾਂ ਫਿਰ ਦਵਾਈਆਂ ਲਈ ਜਾਂ ਫਿਰ ਕੋਈ ਵੱਡੀ ਬਿਮਾਰੀਆਂ ਲਈ। ਤੇ ਕਿਸ ਤਰ੍ਹਾਂ NGOs ਉਹਨਾਂ ਲੋਕਾਂ ਦੀ ਮਦਦ ਕਰਦੀ ਹੈ? ਦੇਖੋ NGO ਜਿਹੜੀ ਹੈ ਚਲਦੀ ਵਲੰਟੀਅਰਸ ਦੇ ਨਾਲ, ਹਨਾ। ਜਿਹੜੇ ਵਲੰਟੀਅਰਸ ਕਿਹੜੇ ਹੁੰਦੇ ਨੇ? ਜਿਹੜੇ ਆਮ ਲੋਕਾਂ ਦੇ ਵਿੱਚੋਂ ਨਿਕਲਦੇ ਨੇ। ਜਦੋਂ ਕਿਸੇ ਨੂੰ ਕੋਈ ਪੈਸੇ ਦੀ ਜ਼ਰੂਰਤ ਹੈ, ਕਿਸੇ ਨੂੰ ਬਿਮਾਰੀ ਦੇ ਇਲਾਜ ਵਾਸਤੇ ਕੋਈ ਜ਼ਰੂਰਤ ਹੈ, ਤੇ ਉਹ ਸਾਨੂੰ ਰੈਫਰੈਂਸ ਕਿੱਥੋਂ ਆਇਆ, ਹਨਾ। ਅਗਰ ਕੋਈ ਆਰਥਿਕ ਤੌਰ ਤੇ ਅਸੀਂ ਹੈਲਪ ਕਰ ਸਕਦੇ ਹਾਂ ਜਾਂ ਉਹ ਹੈਲਪ ਕਰਨ ਦੇ ਲਈ ਅਸੀਂ ਮਦਦ ਕਰਦੇ ਹਾਂ, ਨਹੀਂ ਤੇ ਫਿਰ ਆਪਣਾ ਗਰੁੱਪ ਬਣਿਆ ਹੁੰਦਾ, ਉਹਦੇ ਵਿੱਚ ਕਹਿ ਦਿੰਦੇ ਆ ਕਿ ਵੀ ਇਹ ਬੰਦੇ ਨੂੰ ਜ਼ਰੂਰਤ ਹੈ, ਮੈਡੀਕਲ ਖੇਤਰ ਦੇ ਵਿੱਚ ਉਸਨੂੰ ਜ਼ਰੂਰਤ ਹੈ, ਤੇ ਉਹ ਫਿਰ ਸਹੀ ਮਾਇਨੇ ਵਿੱਚ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਪਹੁੰਚ ਜਾਂਦੀ ਹੈ। ਕਿਉਂਕਿ ਸਾਡੇ ਕੋਲ ਡਾਇਰੈਕਟ ਰੂਪ ਵਿੱਚ ਅਪਰੋਚ ਆਉਂਦੀ ਹੈ ਨਾ, ਇਨਡਾਇਰੈਕਟ ਨਹੀਂ ਅਪਰੋਚ ਆਉਂਦੀ ਨਾ। ਅਸੀਂ ਪਹਿਲਾਂ ਪੈਰਵਾਈ ਕਰਦੇ ਹਾਂ, ਦੇਖਦੇ ਹਾਂ ਕਿ ਕਿਸ ਨੂੰ ਜ਼ਰੂਰਤ ਹੈ। ਜੇ ਕਿਸੇ ਨੂੰ ਇਹ ਜ਼ਰੂਰਤ ਹੈ, ਸਿਰਫ ਕਾਉਂਸਲਿੰਗ ਦੀ ਜ਼ਰੂਰਤ ਹੈ, ਤੇ ਅਸੀਂ ਪਲੀਏਟਿਵ ਕੇਅਰ ਸੈਂਟਰ ਰਾਹੀਂ ਅਸੀਂ ਉਹਨਾਂ ਨੂੰ ਕਾਉਂਸਲਿੰਗ ਉਹਨਾਂ ਦੀ ਕਰਦੇ ਹਾਂ ਕਿ ਵੀ ਤੁਸੀਂ ਇੱਥੇ ਜਾਓ, ਉਸ ਹਸਪੀਟਲ 'ਚ ਜਾਓ, ਉੱਥੇ ਸੰਸਥਾ ਜੁਆਇਨ ਕਰੋ, ਤੁਹਾਨੂੰ ਉੱਥੇ ਤੁਹਾਡੀ ਹਰ ਤਰ੍ਹਾਂ ਨਾਲ ਹੈਲਪ ਜਿਹੜੀ ਹੈ ਉਹ ਕੀਤੀ ਜਾਵੇ। ਜੀ ਜੀ। ਤੇ ਇਸ ਤਰ੍ਹਾਂ ਜਿਹੜੀ ਹੈ ਲੋਕ ਤੁਹਾਡੇ ਕੋਲ ਜਦੋਂ ਆਉਂਦੇ ਨੇ ਮਦਦ ਲਈ, ਤੇ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਅਸੀਂ ਸਮਾਜ ਦੇ ਵਿੱਚ ਜੋ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ, ਜੇ 70% ਲੋਕ ਠੀਕ ਨੇ, ਜੈਨੂਇਨ ਮਦਦ ਮੰਗਦੇ ਨੇ, ਤੇ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਨੇ ਕਿ ਜਿਹੜਾ ਦੇ ਮਨ ਦੇ ਵਿੱਚ ਲਾਲਚ ਹੈ ਜਾਂ ਫਿਰ ਮਦਦ ਦੀ ਭਾਵਨਾ ਇਸ ਲਈ ਹੈ ਕਿ ਸਾਨੂੰ ਜ਼ਰੂਰਤ ਹੈ, ਤੇ ਉਹਦੀ ਪਛਾਣ ਫਿਰ ਕਿੱਦਾਂ ਕੀਤੀ ਜਾਂਦੀ ਹੈ? ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਾਡੇ ਵਲੰਟੀਅਰਸ ਜਿਹੜੇ ਨੇ ਉਹ ਫਿਰ ਜਾ ਕੇ ਪਹਿਲਾਂ ਦੇਖਦੇ ਨੇ ਕਿ ਇਹਨੂੰ ਜ਼ਰੂਰਤ ਹੈ ਤੇ ਕਿਹੜੇ ਹਸਪੀਟਲ 'ਚ ਜ਼ਰੂਰਤ ਹੈ। ਇਹ ਜਾਣਨ ਦਾ ਮਕਸਦ ਹੈ ਕਿ ਕਿਸ ਤਰ੍ਹਾਂ ਜਿਹੜੀ ਜਾਂਚ ਪੜਤਾਲ ਹੈ ਉਹ ਕੀਤੀ ਜਾਂਦੀ ਹੈ। ਉਹ ਸਾਡੇ ਅਸੀਂ ਵਲੰਟੀਅਰਸ ਦੀ ਡਿਊਟੀ ਲਗਾਉਂਦੇ ਆ ਕਿ ਜਾਓ ਦੇਖ ਕੇ ਆਓ ਕਿ ਇਸ ਫਲਾਣੇ ਹਸਪੀਟਲ ਤੋਂ ਸਾਨੂੰ ਮਤਲਬ ਕਾਲ ਆਈ ਹੈ, ਤੁਸੀਂ ਪਹਿਲਾਂ ਜਾ ਕੇ ਪਤਾ ਕਰਕੇ ਆਓ। ਫਿਰ ਵਲੰਟੀਅਰਸ ਜਾਂਦੇ ਨੇ, ਦੇਖਦੇ ਨੇ, ਫਿਰ ਜ਼ਰੂਰਤ ਨੂੰ ਮਹਿਸੂਸ ਕਰਦੇ ਨੇ, ਫਿਰ ਉਸ ਹਿਸਾਬ ਦੇ ਨਾਲ ਫਿਰ ਉਹਨਾਂ ਦੀ ਹੈਲਪ ਜਿਹੜੀ ਹੈ ਕੀਤੀ ਜਾਂਦੀ ਹੈ। ਜੀ। ਤੇ ਉਦਾਹਰਨ ਇਹਦੇ ਵਿੱਚ ਕੋਈ ਲੈਣੇ, ਜਿਸ ਤਰ੍ਹਾਂ ਮੰਨ ਲਓ ਕਿਸੇ ਨੂੰ ਸਰਜਰੀ ਦੀ ਲੋੜ ਹੈ ਨਾ, ਤੇ ਵਲੰਟੀਅਰਸ ਜਾ ਕੇ ਉਹਦੀ ਇਨਕੁਆਇਰੀ ਕਰਦੇ ਨੇ, ਤੇ ਜਦੋਂ ਪਤਾ ਲੱਗਦਾ ਹੈ ਕਿ ਬਿਲਕੁਲ ਠੀਕ ਨੇ, ਉਹਨਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਤੇ ਸਰਜਰੀ ਵੀ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਵੀ ਉਹਨਾਂ ਲਈ ਉਹਨਾਂ ਨੂੰ ਫਿਰ ਕਈ ਵਾਰੀ ਦਵਾਈਆਂ ਲੈਣ ਜੋਗੇ ਪੈਸੇ ਨਹੀਂ ਹੁੰਦੇ ਉਹਨਾਂ ਕੋਲੋਂ, ਤਾਂ ਫਿਰ ਉੱਥੇ ਜਿੱਥੇ ਅਸੀਂ ਦਵਾਈਆਂ ਲੈ ਕੇ ਦੇ ਦਿੰਦੇ ਹਾਂ ਉਹਨਾਂ ਨੂੰ, ਜੇ ਪੈਸੇ ਹੈ ਤੇ ਫਿਰ ਡਾਇਰੈਕਟ ਉਹਨਾਂ ਨੂੰ ਪੈਸੇ ਨਹੀਂ ਦੇਈਦੇ ਤੇ ਹਸਪੀਟਲ ਨੂੰ ਪੈਸੇ ਦੇਈਦੇ ਆ ਜਿੱਥੇ ਜ਼ਰੂਰਤ ਪਵੇ, ਤਾਂ ਜੋ ਉਹਨਾਂ ਨੂੰ ਹੱਥ ਵਿੱਚ ਡਾਇਰੈਕਟ ਉਹਨਾਂ ਨੂੰ ਕਿਤੇ ਲਾਲਚ ਨਾ ਆ ਜਾਵੇ ਕਿਸੇ ਤਰੀਕੇ ਨਾਲ। ਤੇ ਜਿਸ ਸਰਜਰੀ ਦਾ ਮੈਂ ਉਦਾਹਰਨ ਲਿਆ, ਇਸੇ ਤਰ੍ਹਾਂ ਜੇ ਐਮਰਜੈਂਸੀ ਕਈ ਕੇਸਿਸ ਵੀ ਤੁਹਾਡੇ ਕੋਲ ਆਉਂਦੇ ਹੋਣਗੇ ਜਿੱਥੇ ਇੰਨਾ ਸਮਾਂ ਨਹੀਂ ਹੁੰਦਾ ਕਿ ਅਸੀਂ ਬਹੁਤ ਸਾਰੀ ਜਾਂਚ ਪੜਤਾਲ ਜਿਹੜੀ ਉਹ ਕੀਤੀ ਜਾਵੇ, ਤੇ ਉਹ ਨਾ ਕੇਸਿਸ ਦੇ ਵਿੱਚ ਕਿਸ ਤਰ੍ਹਾਂ ਕੀਤਾ ਜਾਂਦਾ, ਕਿਉਂਕਿ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਕੇਸਿਸ ਆਉਂਦੇ ਹੋਣਗੇ। ਹਾਂਜੀ ਬਿਲਕੁਲ, ਉਹ ਤਾਂ ਹੈ ਹੀ ਹੈ। ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਜਾਂਚ ਤੋਂ ਬਿਨਾਂ, ਕਿਉਂਕਿ ਪੇਸ਼ੈਂਟ ਆਪ ਹਸਪੀਟਲ 'ਚ ਹੈ, ਲੇਕਿਨ ਉਹਦੇ ਜਿਹੜੇ ਰਿਲੇਟਿਵਸ ਨੇ ਉਹ ਜਦੋਂ ਸਾਡੇ ਕੋਲ ਹੈਲਪ ਲਈ ਆਉਂਦੇ ਆ ਤੇ ਉਹਨਾਂ ਦੀ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਅਸੀਂ ਜਾਂਚ ਤੋਂ ਬਿਨਾਂ ਤਾਂ ਨਹੀਂ ਹੈਲਪ ਕਰਦੇ। ਅਸੀਂ ਜੀ ਜਾਂਚ ਤੋਂ ਬਿਨਾਂ ਨਹੀਂ ਹੈਲਪ ਕੀਤੀ ਜਾਂਦੀ। ਪਹਿਲਾਂ ਜਾਂਚ ਸਾਡੇ ਵਲੰਟੀਅਰ ਜਾਂਦੇ ਹੀ ਹੈ, ਪਹਿਲਾਂ ਦੇਖ ਕੇ ਆਉਂਦੇ ਆ, ਫਿਰ ਉਸ ਤੋਂ ਬਾਅਦ ਕਿਸੇ ਦੀ ਫਾਈਨੈਂਸ਼ੀਅਲੀ ਹੈਲਪ ਕੀਤੀ ਜਾਂਦੀ ਹੈ। ਜੀ। ਇਸੇ ਤਰ੍ਹਾਂ ਨਾ ਸਿਰਫ ਅਸੀਂ ਆਰਥਿਕ ਪੱਖ ਦੀ ਜਿੱਦਾਂ ਗੱਲ ਕਰ ਰਹੇ ਹਾਂ, ਤੇ ਨਾ ਸਿਰਫ ਇਹਦੀ ਗੱਲ ਕਰੀਏ ਬਲਕਿ ਜੇ ਵਿਆਹ ਸ਼ਾਦੀਆਂ ਵੀ ਹੁੰਦੀਆਂ ਨੇ ਉਹਦੇ ਵਿੱਚ ਵੀ ਆਰਥਿਕ ਤੌਰ ਤੇ ਜਿਹੜੀ ਮਦਦ ਦੀ ਲੋੜ ਪੈਂਦੀ ਹੈ। ਆਪਣੀ ਗੱਲਬਾਤ ਅਸੀਂ ਕਰਾਂਗੇ, ਇੱਕ ਗੀਤ ਸਾਡਾ ਬਿਲਕੁਲ ਤਿਆਰ ਹੈ, ਇਸ ਤੋਂ ਬਾਅਦ ਮੁੜ ਕੇ ਅਸੀਂ ਵਰਲਡ NGO ਡੇ ਤੇ ਗੱਲਬਾਤ ਜਾਰੀ ਰੱਖਾਂਗੇ। ਜ਼ਰੂਰ ਜ਼ਰੂਰ। दुनिया खड़ी तमाशा देखे, दुनिया खड़ी तमाशा देखे, खड़ी तमाशा देखे, दुनिया खड़ी तमाशा देखे। कल सी सलाम खड़े बैठे प्रणाम, सदा बुलाते सी नाम, जी जी करिए अज कहते मर मुक, किसे कोठड़ी च लुक, कला बह के झल दुख असी की करिए। कब सिर चढ़िया अजिया फड़िया डिगया सामने ठेके, दुख सिर चढ़िया अजिया फड़िया डिगया सामने ठेके। दुनिया खड़ी तमाशा देखे, दुनिया खड़ी तमाशा देखे, खड़ी तमाशा देखे, दुनिया खड़ी तमाशा देखे।
ਲੋਹਾ ਹੁੰਦਾ ਆਇਆ ਏ ਕੌਣ ਤੁਲੇਗਾ ਦੁਨੀਆ ਦੀ ਕਸਵੱਟੀ ਤੇ ਇੱਥੇ ਸੋਨਾ ਲੋਹਾ ਹੁੰਦਾ ਆਇਆ ਏ ਪੀਰ ਫਕੀਰਾਂ ਗੁਰੂਆਂ ਜਾਨਾਂ ਦੇ ਦੇ ਕੇ ਹਾਸੇ ਭਾਣੇ ਡੁੱਬਦਾ ਜਗਤ ਬਚਾਇਆ ਏ ਲੱਗਿਆ ਚੌਂਕ ਚਾਂਦਨੀ ਮੇਲਾ ਪਹੁੰਚਿਆ ਜਿਹੜਾ ਵੀ ਸੀ ਵੇਲਾ ਲੱਗਿਆ ਚੌਂਕ ਚਾਂਦਨੀ ਮੇਲਾ ਪਹੁੰਚਿਆ ਜਿਹੜਾ ਵੀ ਸੀ ਵੇਲਾ ਜਨਮ ਸੁਹੇਲਾ ਮਰਨ ਕੀ ਵੇਲਾ ਖੰਜਰ ਸੀਨਾ ਛੇਕੇ ਦੁਨੀਆ ਖੜੀ ਤਮਾਸ਼ਾ ਦੇਖੇ ਦੁਨੀਆ ਬੜੀ ਤਮਾਸ਼ਾ ਦੇਖੇ ਬੜੀ ਤਮਾਸ਼ਾ ਦੇਖੇ ਦੁਨੀਆ ਬੜੀ ਤਮਾਸ਼ਾ ਦੇਖੇ ਗੱਲ ਵੀ ਤਾੜੀ ਮਾਰ ਕੇ ਹੋਵੇਗੀ ਕਿੰਨੇ ਸੋਹਣੇ ਗੀਤ ਵਿਚਾਰਾ ਲਿਖਦਾ ਸੀ ਸਾਡੀ ਗੱਲ ਵੀ ਤਾੜੀ ਮਾਰ ਕੇ ਹੋਵੇਗੀ ਗੀਤ ਸੋਹਣੇ ਸੰਗਤਾਰ ਵਿਚਾਰਾ ਲਿਖਦਾ ਸੀ ਤੂੰ ਵੀ ਇਹਦੀ ਵੱਜਦੀ ਸੀ ਘਰ ਘਰ ਦੇ ਵਿੱਚ ਇਹਦੇ ਕਹਿਣ ਤੇ ਸੂਰਜ ਚੜ੍ਹਦਾ ਛਿਪਦਾ ਸੀ ਅੱਜ ਰਹਿ ਗਿਆ ਹੱਸੇ ਜੋਗਾ ਦਿੱਲੀ ਚੂੜ ਤੇ ਵਿੰਗਾ ਗੋਡਾ ਅੱਜ ਰਹਿ ਗਿਆ ਹੱਸੇ ਜੋਗਾ ਦਿੱਲੀ ਚੂੜ ਤੇ ਵਿੰਗਾ ਗੋਡਾ ਬਦਨਾਮੀ ਸੋਭਾ ਚੁੱਕ ਕੇ ਜੋਗਾ ਜਿੱਦ ਲੱਗ ਜਾਂਦੀ ਲੇਖੇ ਦੁਨੀਆ ਖੜੀ ਤਮਾਸ਼ਾ ਦੇਖੇ ਦੁਨੀਆ ਖੜੀ ਤਮਾਸ਼ਾ ਦੇਖੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਤੇ ਅੱਜ ਪੂਰੇ ਵਿਸ਼ਵ ਦੇ ਵਿੱਚ ਅਸੀਂ ਵਰਲਡ ਐਨਜੀਓ ਡੇ ਮਨਾ ਰਹੇ ਹਾਂ ਤੇ ਅੱਜ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਵੀ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ। ਹਰਵਿੰਦਰ ਕੌਰ ਜੀ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ, ਪ੍ਰੈਜ਼ੀਡੈਂਟ ਨੇ ਐਨਜੀਓ ਪਹਿਲ ਦੇ। ਐਨਜੀਓ ਪਹਿਲ ਜੋ ਕਿ ਪਿਛਲੇ 27 ਸਾਲਾਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੀ ਹੈ ਤੇ ਐਨਜੀਓ ਪਹਿਲ ਦੀ ਜੇ ਗੱਲ ਕਰਦੇ ਹਾਂ ਤੇ ਕੀ ਕੰਮ ਜਿਹੜੇ ਐਨਜੀਓ ਵੱਲੋਂ ਕੀਤੇ ਜਾਂਦੇ ਨੇ ਜੇ ਪਹਿਲ ਦੀ ਗੱਲ ਕਰੀਏ? ਪਹਿਲ ਸੰਸਥਾ ਜਿਹੜੀ ਹੈ ਸਤੰਬਰ 97 ਦੇ ਵਿੱਚ ਪ੍ਰੋਫੈਸਰ ਲਖਬੀਰ ਸਿੰਘ ਜੀ ਉਹ ਪ੍ਰੈਜ਼ੀਡੈਂਟ ਸੀਗੇ ਤੇ ਉਹਨਾਂ ਨੇ ਸ਼ੁਰੂ ਕੀਤੀ ਸੀਗੀ ਤੇ ਉਹਨਾਂ ਦਾ ਮਿਸ਼ਨ ਸੀਗਾ ਪਰਸਨੈਲਿਟੀ ਡਿਵੈਲਪਮੈਂਟ ਆਫ ਦਾ ਯੂਥ। ਤਾਂ ਉਹ ਸੋਚਦੇ ਸੀਗੇ ਕਿ ਜਦੋਂ ਯੂਥ ਦੀ ਪਰਸਨੈਲਿਟੀ ਡਿਵੈਲਪਮੈਂਟ ਹੋ ਜਾਏਗੀ ਤਾਂ ਸਮਾਜ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਆਪਣੇ ਆਪ ਹੋ ਜਾਏਗੀ। ਜਿਵੇਂ ਸਸਟੇਨੇਬਲ ਡਿਵੈਲਪਮੈਂਟ ਦੀ ਆਪਾਂ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਸੀਗੇ ਸਸਟੇਨੇਬਲ ਡਿਵੈਲਪਮੈਂਟ ਉਦੋਂ ਹੀ ਸਾਡੀ ਹੋਏਗੀ ਜਦੋਂ ਸਾਡੀ ਯੂਥ ਦੀ ਡਿਵੈਲਪਮੈਂਟ ਹੋਏਗੀ। ਜੀ ਤਾਂ ਉਹਦੇ ਲਈ ਫਿਰ ਅਸੀਂ 4 ਫੀਲਡ ਦੇ ਵਿੱਚ ਮੇਨ ਕੰਮ ਜਿਹੜਾ ਹੈ ਉਹ ਕਰਦੇ ਸੀਗੇ। ਐਜੂਕੇਸ਼ਨ ਦੇ ਉੱਪਰ, ਇਨਵਾਇਰਨਮੈਂਟ ਦੇ ਉੱਪਰ, ਤਾਂ ਹੈਲਥ ਦੇ ਉੱਪਰ ਤੇ ਕਮਿਊਨੀਕੇਸ਼ਨ ਦੇ ਉੱਪਰ। ਤਾਂ ਇਹ 4 ਫੀਲਡ ਦੇ ਉੱਪਰ ਸਾਡਾ ਜਿਹੜਾ ਹੈ ਕੰਮ ਕਰਦੇ ਸੀ ਤੇ ਐਜੂਕੇਸ਼ਨ ਦੇ ਵਿੱਚ ਅਸੀਂ ਜਿੱਦਾਂ ਸਲਮ ਦੇ ਸਕੂਲ ਹੈ ਉਹ ਖੋਲ੍ਹੇ ਹੋਏ ਹੈ। ਚਾਈਲਡ ਲੇਬਰ ਬੱਚੇ ਹੈ ਉਹਨਾਂ ਨੂੰ ਚਾਈਲਡ ਲੇਬਰ ਹਟਾ ਕੇ ਤੇ ਉਹਨਾਂ ਨੂੰ ਅਸੀਂ ਪੜ੍ਹਾ ਰਹੇ ਹਾਂ, ਉਹਨਾਂ ਨੂੰ ਅਸੀਂ ਪੈਸੇ ਦੇ ਰਹੇ ਹਾਂ ਕਿ ਤੁਸੀਂ ਪੈਸੇ ਲਓ ਤੇ ਉੱਧਰ ਕੰਮ ਨਾ ਕਰੋ ਤੇ ਸਕੂਲ ਵਿੱਚ ਆਓ ਤੇ ਪੜ੍ਹੋ। ਤਾਂ ਇਨਵਾਇਰਨਮੈਂਟ ਦੇ ਵਿੱਚ ਅਸੀਂ ਪਲਾਂਟੇਸ਼ਨ ਕਾਫੀ ਕੀਤੀ ਹੈ ਪਹਿਲ ਦੇ ਵੱਲੋਂ। ਪ੍ਰੈਸ ਸਾਹਿਬ ਨੇ ਤੇ ਬਹੁਤ ਹੀ ਜ਼ਿਆਦਾ ਪਲਾਂਟੇਸ਼ਨ ਕੀਤੀ ਹੈ ਔਰ ਉਸ ਤੋਂ ਬਾਅਦ ਹੁਣ ਜ਼ਿੰਮੇਵਾਰੀ ਮੈਂ ਕੋਸ਼ਿਸ਼ ਕੀਤੀ ਹੈ ਸੰਭਾਲਣ ਦੀ। ਤਾਂ ਮੇਰੀ ਵੀ ਪੂਰੀ ਕੋਸ਼ਿਸ਼ ਹੈ ਕਿ ਵੀ ਮੈਂ ਪਲਾਂਟੇਸ਼ਨ ਕਰਕੇ ਜੋ ਇਨਵਾਇਰਨਮੈਂਟ ਦੇ ਵਿੱਚ ਕਮੀਆਂ ਆ ਰਹੀਆਂ ਨੇ ਉਸ ਨੂੰ ਆਪਾਂ ਦੂਰ ਕਰੀਏ। ਬੱਚਿਆਂ ਨੂੰ ਨੇਚਰ ਵਾਕ ਕਰਵਾਈ ਦੀ ਹੈ, ਇਨਵਾਇਰਨਮੈਂਟ ਦੇ ਨਾਲ ਜੋੜੀਦਾ ਹੈ, ਉਹਨਾਂ ਨੂੰ ਦੱਸੀਦਾ ਕਿ ਨੇਚਰ ਦੇ ਵਿੱਚ ਕਿਹੜੀ ਚੀਜ਼ ਹੈ। ਪਲਾਂਟਸ ਨੇ, ਆਪਣੇ ਇਨਸੈਕਟਸ ਨੇ, ਆਪਣੇ ਬਰਡਸ ਨੇ, ਬਰਡਸ ਵਾਚਿੰਗ ਕਰਨੀ ਉਹਨਾਂ ਨੂੰ ਸਿਖਾਈ ਦੀ ਹੈ, ਦੱਸੀ ਦੀ ਹੈ ਕਿਵੇਂ ਕਰਨਾ ਹੈ। ਤੇ ਜਿਹੜੇ ਲੋਕ ਇਹਨਾਂ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਜਦੋਂ ਨਿੱਕੇ ਕਿਹੜੇ ਪਲਾਂਟ ਦੇ ਉੱਪਰ ਕਿਹੜਾ ਇਨਸੈਕਟ ਬੈਠਦਾ ਹੈ ਉਹ ਫਿਰ ਜਦੋਂ ਸਕੂਲਾਂ ਦੇ ਵਿੱਚ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਤੇ ਬੱਚਿਆਂ ਦਾ ਇੰਟਰਸਟ ਬਣਦਾ ਹੈ। ਜੀ ਤਾਂ ਸੋਸ਼ਲ ਫੀਲਡ ਦੇ ਵਿੱਚ ਅਸੀਂ ਔਰਤਾਂ ਨੂੰ ਮਤਲਬ ਸਾਰੀ ਸਿੱਖਿਅਤ ਵੀ ਕਰ ਰਹੇ ਹਾਂ, ਸਕਿੱਲ ਵੀ ਦੇ ਰਹੇ ਹਾਂ ਉਹਨਾਂ ਨੂੰ ਤੇ ਉਹਨਾਂ ਨੂੰ ਕੋਈ ਪ੍ਰੋਡਕਸ਼ਨ ਸੈਂਟਰ ਖੋਲ ਕੇ ਤੇ ਉਹਨਾਂ ਨੂੰ ਕਿਸੇ ਕੰਮ ਦੇ ਵਿੱਚ ਵੀ ਲਗਾਉਣ ਦੀ ਪੂਰੀ ਕੋਸ਼ਿਸ਼ ਕਰੀ ਦੀ ਹੈ। ਬਲੱਡ ਡੋਨੇਸ਼ਨ ਦੇ ਉੱਪਰ ਸਾਡਾ ਪਹਿਲ ਦੇ ਵਿੱਚ ਕਾਫੀ ਕੰਮ ਹੈ
ਤੇ ਉਹਦੇ ਲਈ ਸਕੂਲਾਂ ਕਾਲਜਾਂ ਦੇ ਵਿੱਚ ਜਾਈਦਾ, ਬਲੱਡ ਦੇ ਬਾਰੇ ਉਹਨਾਂ ਨੂੰ ਕੁੜੀਆਂ ਨੂੰ ਵੀ, ਮੈਂ ਇੱਕ ਔਰਤ ਹੋਣ ਦੇ ਨਾਤੇ ਮੈਂ ਖੁਦ ਵੀ ਰੈਗੂਲਰ ਡੋਨਰ ਆ, ਮੈਂ ਹੁਣ ਤੱਕ 61 ਟਾਈਮ ਬਲੱਡ ਡੋਨੇਟ ਕਰ ਚੁੱਕੀ ਹੋਈ ਹਾਂ। ਅੱਛਾ। ਹਾਂਜੀ, ਤੇ ਫਿਰ ਮੈਂ ਉਹਨਾਂ ਨੂੰ ਦੱਸਦੀ ਹਾਂ ਲਾਈਵ ਐਗਜ਼ਾਮਪਲ ਕਿ ਦੇਖੋ ਜੇ ਮੈਂ ਬਲੱਡ ਇੰਨੀ ਵਾਰੀ ਡੋਨੇਟ ਕਰ ਸਕਦੀ ਹਾਂ ਤਾਂ ਤੁਸੀਂ ਵੀ ਬਲੱਡ ਡੋਨੇਟ ਕਰੋ। ਤੇ ਹੁਣ ਬੜੀ ਖੁਸ਼ੀ ਹੁੰਦੀ ਹੈ ਕਿ ਕਾਲਜਾਂ ਵਾਲੇ ਸਕੂਲਾਂ ਵਾਲੇ ਜਿਹੜੇ ਨੇ ਉਹ ਬੱਚੇ ਜਿਹੜੇ ਕੁੜੀਆਂ ਜਿਹੜੀਆਂ ਨੇ 18 ਸਾਲ ਤੋਂ ਉੱਪਰ ਵਾਲੀਆਂ ਉਹ ਫਿਰ ਬਲੱਡ ਡੋਨੇਟ ਕਰਦੀਆਂ ਨੇ। ਮੈਂ ਆਪ ਜਾ ਕੇ ਪਹਿਲਾਂ ਅਸੀਂ ਮੋਟੀਵੇਸ਼ਨਲ ਲੈਕਚਰ ਦੇਈਦਾ, ਫਿਰ ਉਸ ਤੋਂ ਬਾਅਦ ਬਲੱਡ ਡੋਨੇਸ਼ਨ ਕੈਂਪ ਲਗਾਈਦੇ ਆ। ਤਾਂ ਫਿਰ ਇਸ ਤੋਂ ਇਲਾਵਾ ਸਾਡੇ ਕੁਝ ਇੱਕ ਪ੍ਰੋਜੈਕਟ ਹੈਗੇ ਨੇ ਜਿਹੜੇ ਸਰਕਾਰ ਵੱਲੋਂ ਫੰਡਡ ਹੈਗੇ ਨੇ। ਸਰਕਾਰ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਹੀ ਗੱਲ ਕੀਤੀ ਸੀਗੀ ਕਿ NGO ਜਿਹੜੀ ਹੈ ਉਹ ਗਵਰਨਮੈਂਟ ਤੇ ਆਮ ਲੋਕਾਂ ਦੇ ਵਿਚਕਾਰਲੀ ਦੂਰੀ ਨੂੰ ਉਹ ਦੂਰ ਕਰਦੀ ਹੈ। ਗਵਰਨਮੈਂਟ ਕਈ ਪ੍ਰੋਜੈਕਟਸ ਬਣਾਉਂਦੇ ਨੇ ਜਿਹੜੇ ਕੋ ਡਾਇਰੈਕਟ ਰੂਪ ਦੇ ਵਿੱਚ ਉਹ ਨਹੀਂ ਇੰਪਲੀਮੈਂਟੇਸ਼ਨ ਹੁੰਦੀ, ਉਹ ਫਿਰ ਕਿਸੇ NGO ਨੂੰ ਦਿੰਦੇ ਨੇ, NGO ਅੱਗੋਂ ਨੈਕਸਟ ਉਹਦੀ ਇੰਪਲੀਮੈਂਟੇਸ਼ਨ ਕਰਦੀ ਹੈ। ਸਾਡੇ 4 ਪ੍ਰੋਜੈਕਟ ਚੱਲਦੇ ਨੇ। ਇੱਕ ਨਕੋਦਰ ਵਿੱਚ ਚੱਲਦਾ ਹੈ ਸਾਡਾ, ਨਕੋਦਰ ਵਿੱਚ ਸੈਕਸ ਵਰਕਰਸ ਦੇ ਉੱਪਰ ਚੱਲਦਾ ਹੈ, ਤੇ ਮੁਕਤਸਰ ਚੱਲਦਾ ਹੈ ਜਿਹਦੇ ਵਿੱਚ ਜਿਹੜੇ ਡਰੱਗ ਜਿਹੜੇ ਐਡਿਕਟਡ ਬੱਚੇ ਨੇ ਉਹਨਾਂ ਦੇ ਉੱਪਰ ਚੱਲਦਾ ਹੈ, ਤੇ 2 ਸਾਡੇ ਹੈਲਥ ਕਲੀਨਿਕ ਨੇ। ਇੱਕ ਸਾਡਾ ਹੈ ਟਰਾਂਸਪੋਰਟ ਨਗਰ ਜਲੰਧਰ ਦੇ ਵਿੱਚ, ਤੇ ਇੱਕ ਸਾਡਾ ਹੈ ਟਰਾਂਸਪੋਰਟ ਨਗਰ ਲੁਧਿਆਣੇ ਦੇ ਵਿੱਚ, ਜਿਹੜੇ ਵਿੱਚ ਜਿਹੜੇ ਟਰੱਕ ਡਰਾਈਵਰਸ ਨੇ ਉਹਨਾਂ ਦੇ HIV ਏਡਸ ਦੇ ਉੱਪਰ ਤੇ ਇਸ ਤੋਂ ਇਲਾਵਾ TB ਦੇ ਉੱਪਰ ਉਹਨਾਂ ਦੇ ਬਾਰੇ ਉਹਨਾਂ ਦੇ ਟੈਸਟਿੰਗ ਕਰਕੇ ਤੇ ਉਹਨਾਂ ਨੂੰ ਦਵਾਈ ਵਗੈਰਾ ਇਨਸ਼ੋਰ ਕਰਨੀ, ਤੇ ਉਹਨਾਂ ਦਾ ਹੈਲਥ ਕਲੀਨਿਕ ਕਰਨਾ, ਉਹਨਾਂ ਦਾ ਆਈ ਟੈਸਟ ਕਰਨਾ, ਇਹ ਸਾਰਾ ਚੱਲਦੇ ਨੇ। ਤੇ ਇਸ ਤੋਂ ਇਲਾਵਾ ਜਿੱਦਾਂ ਕਿ ਸਾਡੇ ਕੋਲ ਇੰਟਰਨਸ਼ਿਪ ਕਰਨ ਵਾਸਤੇ ਬੱਚੇ ਆਉਂਦੇ ਨੇ ਤੇ ਉਹਨਾਂ ਦੀ ਪਰਸਨੈਲਿਟੀ ਡਿਵੈਲਪ ਕਰਨੀ, ਕਮਿਊਨੀਕੇਸ਼ਨ ਸਕਿੱਲ ਉਹਨਾਂ ਨੂੰ ਦਿਲਵਾਣੀ ਕਿ ਕਿਵੇਂ ਤੁਸੀਂ, ਹਰ ਕੋਈ ਜਿਸ ਮਰਜ਼ੀ ਫੀਲਡ ਵਿੱਚ ਜਾਏ ਬੋਲ ਕੇ ਤਾਂ ਗੱਲ ਕਰਨੀ ਪੈਣੀ ਹੈ ਨਾ, ਕਮਿਊਨੀਕੇਸ਼ਨ ਤਾਂ ਸਕਿੱਲ ਉਹਨਾਂ ਦੀ ਡਿਵੈਲਪ ਹੋਣੀ ਬਹੁਤ ਜ਼ਰੂਰੀ ਹੈ। ਇਸ ਕਰਕੇ ਕਮਿਊਨੀਕੇਸ਼ਨ ਸਕਿੱਲ ਦੇ ਉੱਪਰ ਵੀ ਅਸੀਂ ਕਾਫੀ ਵਰਕਸ਼ਾਪ ਵੀ ਲਗਾਉਂਦੇ ਹਾਂ, ਟ੍ਰੇਨਿੰਗ ਵੀ ਦਿੰਦੇ ਹਾਂ ਉਹਨਾਂ ਨੂੰ ਕਿ ਤੁਸੀਂ ਇਸ ਤਰੀਕੇ ਨਾਲ ਕੰਮ ਜਿਹੜਾ ਹੈ ਉਹ ਕਰੋਗੇ। ਜੀ, ਤੇ ਜਿਸ ਤਰ੍ਹਾਂ ਯੂਥ ਤੁਸੀਂ ਗੱਲ ਕੀਤੀ, ਅਸੀਂ ਪਹਿਲੇ ਵੀ ਯੂਥ ਦੀ ਗੱਲ ਕੀਤੀ, ਤੇ ਜਦੋਂ ਤੁਸੀਂ ਇਸ ਤਰ੍ਹਾਂ ਯੂਥ ਨੂੰ ਟ੍ਰੇਨਿੰਗ ਦਿੰਦੇ ਹੋ ਜਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ NGO ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਕਿਸ ਤਰ੍ਹਾਂ ਦੀ ਅੱਗਿਓਂ ਤੁਹਾਨੂੰ ਰਿਸਪੌਂਸ ਆਉਂਦਾ ਹੈ ਤੇ ਕਿਸ ਤਰ੍ਹਾਂ ਦਾ ਸਾਥ ਜਿਹੜਾ ਹੈ ਉਹ ਬੱਚਿਆਂ ਦਾ ਮਿਲਦਾ ਹੈ? ਦੇਖੋ, ਬੱਚੇ ਜਿਹੜੇ ਖਾਸ ਕਰਕੇ ਪੰਜਾਬ ਵਾਲੇ ਜਿਹੜੇ ਬੱਚੇ ਆਉਂਦੇ ਨੇ ਨਾ, ਉਹ ਬਹੁਤ ਅਵੇਅਰ ਹੀ ਨਹੀਂ ਹੁੰਦੇ ਕਿ ਅਸੀਂ ਕੰਮ ਕਰਨਾ। ਜੇ ਸਾਡੀ ਹੁਣ 15 ਦਿਨ ਦੀ ਟ੍ਰੇਨਿੰਗ ਹੈ ਜਾਂ 25 ਦਿਨ ਦੀ ਟ੍ਰੇਨਿੰਗ ਹੈ, ਤੇ ਉਹ 25 ਦਿਨ ਦੀ ਟ੍ਰੇਨਿੰਗ ਸਾਨੂੰ ਕੰਮ ਕਰਕੇ ਹੀ ਮਿਲਣੀ ਹੈ। ਜਾਂ ਹੁਣ ਅੱਜ ਕੱਲ੍ਹ ਬਾਹਰ ਜਾਣ ਦਾ ਬੜਾ ਟ੍ਰੈਂਡ ਹੈ ਹਨਾ, ਤੇ ਉਹ ਫਿਰ ਬੱਚੇ ਆਉਂਦੇ ਨੇ ਸਾਡੇ ਕੋਲ, ਸਾਨੂੰ ਨਾ ਸਰਟੀਫਿਕੇਟ ਬਣਾ ਦਿਓ, ਅਸੀਂ NGO 'ਚ ਕੰਮ ਕੀਤਾ। ਅਸੀਂ ਕਹਿੰਦੇ ਅਸੀਂ ਫੇਕ ਸਰਟੀਫਿਕੇਟ ਨਹੀਂ ਦਿੰਦੇ, ਕਿਉਂਕਿ ਜਦੋਂ ਕੋਈ ਸਰਟੀਫਿਕੇਟ NGO ਦਾ ਸਰਟੀਫਿਕੇਟ ਲੱਗਦਾ ਨਾ ਤੇ ਉਹਦੇ ਨੰਬਰ ਲੱਗਦੇ ਨੇ। ਜਦੋਂ ਬਾਹਰ ਦੀ ਫਾਈਲ ਲਗਾਉਂਦੇ ਆ ਤੇ ਉਹਦੇ ਨੰਬਰ ਲੱਗਦੇ ਨੇ, ਤੇ ਉਹ ਫਿਰ ਬੱਚੇ ਅਵੇਅਰ ਹੀ ਨਹੀਂ ਹੁੰਦੇ ਕਿ ਉਹ ਨੰਬਰ ਲੱਗਦੇ ਨੇ, ਨੰਬਰ ਕਾਹਦੇ ਨੇ, ਉਹ ਵੀ ਅਸੀਂ ਕੰਮ ਕੀਤਾ ਤੇ ਨੰਬਰ ਲੱਗ ਰਿਹਾ ਨਾ, ਤੇ ਉਹ ਨਹੀਂ ਅਵੇਅਰ। ਉਹਨਾਂ ਨੂੰ ਅਵੇਅਰਨੈਸ ਦੇਣੀ ਪੈਂਦੀ ਆ, ਦੱਸਣਾ ਪੈਂਦਾ ਕਿ ਕੰਮ ਕਰੋਗੇ ਤੇ ਤੁਹਾਡਾ ਇਹ ਕੰਮ ਕੀਤਾ ਹੋਇਆ ਬਾਹਰ ਤੁਹਾਡੇ ਕੰਮ ਆਏਗਾ। ਇਹ ਚੀਜ਼ਾਂ ਉਹਨਾਂ ਨੂੰ ਸਿਖਾਉਣੀਆਂ ਪੈਂਦੀਆਂ, ਦੱਸਣੀਆਂ ਪੈਂਦੀਆਂ, ਫਿਰ ਜਾ ਕੇ ਕਿਤੇ ਉਹਨਾਂ ਦੇ ਦਿਮਾਗ ਵਿੱਚ ਇਹ ਖਾਤੇ ਚੁਕਾਉਣੀ ਪੈਂਦੀ ਹੈ ਉਹਨਾਂ ਦੇ। ਜੀ, ਤੇ ਉਹੀ ਗੱਲ ਹੈ ਨਾ ਕਿ ਜਦੋਂ ਸਮਝਾਇਆ ਜਾਏ, ਖਾਸ ਤੌਰ 'ਤੇ ਯੂਥ ਦੀ ਗੱਲ ਕਰੀਏ ਜਾਂ ਵੈਸੇ ਵੀ ਗੱਲ ਕਰੀਏ, ਤੇ ਜਦੋਂ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤੇ ਇਸ ਖੇਤਰ ਦੇ ਵਿੱਚ ਕੰਮ ਕੀਤਾ ਜਾਏ ਤੇ ਜਾਗਰੂਕਤਾ ਵੀ ਜ਼ਰੂਰ ਆਉਂਦੀ ਹੈ ਤੇ ਲੋਕ ਜ਼ਰੂਰ ਸਮਝਦੇ ਨੇ। ਤੇ ਜੇ ਗੱਲ ਹੁਣ ਇਹ ਕਰੀਏ ਕਿ ਜਦੋਂ ਵੀ ਕੋਈ ਕਿਸੇ ਮਿਸ਼ਨ ਤੇ ਜਾਂਦਾ ਹੈ ਜਾਂ ਚੱਲਦਾ ਹੈ ਤੇ ਉਸ ਵੇਲੇ ਮੁਸ਼ਕਿਲਾਂ ਵੀ ਰਾਹ ਦੇ ਵਿੱਚ ਜ਼ਰੂਰ ਆਉਂਦੀਆਂ, ਬਹੁਤ ਮੁਸ਼ਕਿਲਾਂ ਤਾਂ ਬਹੁਤ ਆਉਂਦੀਆਂ ਨੇ। ਜਿਸ ਤਰ੍ਹਾਂ ਕਿ ਮੈਂ ਦੱਸ ਰਹੀ ਹਾਂ ਕਿ ਸਾਡੇ ਕੁਝ ਇੱਕ ਫੰਡਡ ਪ੍ਰੋਗਰਾਮ ਹੈ, ਇਹ ਜਦੋਂ ਕਿਸੇ ਸੰਸਥਾ ਤੋਂ ਸਾਨੂੰ ਕੋਈ ਫੰਡ ਮਿਲਦਾ ਨਾ ਤੇ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਅਸੀਂ ਭੀਖ ਦੇਤੀ ਹੈ ਜਾਂ ਕਿੱਦਾਂ ਹਨਾ, ਫਿਰ ਬੜੀਆਂ ਇਨਕੁਆਇਰੀਜ਼, ਹਾਂ ਇਹ ਸਾਡੀ ਮਾਨਸਿਕਤਾ ਹੈ। ਤੇ ਫਿਰ ਉਹ ਚੀਜ਼ ਨੂੰ ਵੀ ਦੱਸਣਾ ਪੈਂਦਾ ਕਿ ਵੀ ਕੋਈ NGO ਪੈਸੇ ਕਮਾਉਣ ਵਾਸਤੇ ਨਹੀਂ ਬਣਾਈ ਜਾਂਦੀ ਹੈ, ਕੋਈ ਲਾਈਕ ਮਾਈਂਡਡ ਪਰਸਨ ਇਕੱਠੇ ਹੁੰਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਸਮਾਜ ਵਿੱਚ ਇਹ ਬੁਰਾਈ ਹੈ, ਇਹ ਅਸੀਂ ਇਸ ਬੁਰਾਈ ਨੂੰ ਦੂਰ ਕਰਨ ਦੇ ਲਈ ਅਸੀਂ ਇਕੱਠੇ ਹੋ ਸਕਦੇ ਹਾਂ। ਹੁਣ ਜਿਸ ਤਰ੍ਹਾਂ ਮੈਂ ਆਪਣਾ ਇੱਕ ਸਕੂਲ ਰਨ ਕਰਦੀ ਹਾਂ, ਉਹ ਤੇ ਫੀਸ ਲੈ ਕੇ ਸਕੂਲ ਚਲਾਉਂਦੀ ਹਾਂ, ਬੱਚਿਆਂ ਦੇ ਬਰਥਡੇ ਹੁੰਦੇ ਆ, ਪੇਰੈਂਟਸ ਮਤਲਬ ਦਿੰਦੇ ਆ ਵੀ ਅਸੀਂ ਕਲਾਸ ਫੈਲੋਜ਼ ਨੂੰ ਦਿੰਦੇ ਹਾਂ ਨਾ, ਫਿਰ ਮੈਂ ਉਹਨਾਂ ਨੂੰ ਅਵੇਅਰ ਕਰਦੀ ਹਾਂ ਕਿ ਵੀ ਮੇਰੇ ਕੋਲ ਜਿੰਨੇ ਵੀ ਬੱਚੇ ਆਉਂਦੇ ਸਾਰੇ ਅੱਛੇ ਪੇਰੈਂਟਸ ਦੇ, ਅੱਛੇ ਘਰਾਂ ਚੋਂ ਬੱਚੇ ਆਉਂਦੇ, ਅੱਛੇ ਪੇਰੈਂਟਸ ਨੇ। ਇਹੀ ਜੇ ਤੁਸੀਂ ਆਪਣੇ ਬੱਚੇ ਦਾ ਬਰਥਡੇ ਉਹਨਾਂ ਬੱਚਿਆਂ ਦੇ ਨਾਲ ਜਾ ਕੇ ਮਨਾਓਗੇ ਹਨਾ, ਜਿਹੜੇ ਬੱਚੇ ਬਿਲਕੁਲ ਜਿਨ੍ਹਾਂ ਨੂੰ ਜ਼ਰੂਰਤਾਂ ਹੀ ਨਹੀਂ, ਜਿਨ੍ਹਾਂ ਦੀਆਂ ਪੂਰੀਆਂ ਹੁੰਦੀਆਂ, ਤਾਂ ਫਿਰ ਉਹਨਾਂ ਨੂੰ ਬੜਾ ਅੱਛਾ ਲੱਗਦਾ, ਉਹਨਾਂ ਲੱਗਦਾ ਵੀ ਹਾਂ ਇਹ ਤਾਂ ਕਦੀ ਅਸੀਂ ਸੋਚਿਆ ਹੀ ਨਹੀਂ। ਫਿਰ ਉਹ ਮੈਂ ਆਪਣੇ ਬੱਚੇ ਮਤਲਬ ਸਕੂਲ ਦੇ ਬੱਚਿਆਂ ਨੂੰ ਫਿਰ ਮੈਂ ਉੱਥੇ ਭੇਜਦੀ ਹਾਂ, ਮਾਪਿਆਂ ਨੂੰ ਭੇਜਦੀ ਹਾਂ ਕਿ ਤੁਸੀਂ ਜਿਹੜੀ ਚੀਜ਼ ਇੱਥੇ ਵੰਡਣੀ ਹੈ ਉੱਥੇ ਵੰਡੋ। ਤੇ ਉਹ ਉਹਨਾਂ ਨੂੰ ਬੜਾ ਅੱਛਾ ਲੱਗਦਾ। ਅਵੇਅਰਨੈਸ ਨਹੀਂ ਹੈ,
ਅਵੇਅਰਨੈਸ ਹੀ ਨਹੀਂ ਹੈ, ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਸਾਡੀ ਡੋਨੇਸ਼ਨ ਜਿਹੜੀ ਹੈ ਨਾ ਇੱਕ ਸਿਰਫ ਪੈਸੇ ਦੀ ਡੋਨੇਸ਼ਨ ਨਹੀਂ ਹੁੰਦੀ। ਡੋਨੇਸ਼ਨ ਤੁਸੀਂ ਕਿਸੇ ਵੀ ਚੀਜ਼ ਦੀ ਡੋਨੇਸ਼ਨ ਦੇ ਸਕਦੇ ਹੋ। ਤੁਹਾਡੇ ਕੋਲ ਟਾਈਮ ਹੈ, ਤੁਸੀਂ ਟਾਈਮ ਦੀ ਡੋਨੇਸ਼ਨ ਦੇ ਦਿਓ। ਮੈਂ ਇੱਕ ਹਾਊਸ ਵਾਈਫ ਹਾਂ, ਮੈਂ ਆਪਣਾ ਘਰ ਦਾ ਕੰਮ ਕਰਕੇ ਬੱਚੇ ਮੇਰੇ ਚਲੇ ਗਏ, ਮੇਰੇ ਕੋਲ ਟਾਈਮ ਹੈ, ਤੁਸੀਂ ਬੱਚਿਆਂ ਨੂੰ ਜਾ ਕੇ ਪੜ੍ਹਾ ਸਕਦੇ ਹੋ। ਇਹ ਵੀ ਤਾਂ ਇੱਕ ਡੋਨੇਸ਼ਨ ਹੀ ਹੈ ਨਾ, ਵੀ ਮੇਰੇ ਕੋਲ ਪੈਸੇ ਨਹੀਂ ਹੈ ਪਰ ਮੇਰੇ ਕੋਲ ਟਾਈਮ ਹੈ, ਤੁਸੀਂ ਟਾਈਮ ਦੇ ਸਕਦੇ ਹੋ। ਸਾਖਰਤਾ ਦੇ ਵਿੱਚ ਸਾਖਰਤਾ ਮਿਸ਼ਨ ਨੂੰ ਪੂਰਾ ਕਰ ਸਕਦੇ ਹੋ, ਹੈ ਨਾ। ਇਸੇ ਤਰ੍ਹਾਂ ਸਰਕਾਰ ਦਾ ਸਵੱਛਤਾ ਅਭਿਆਨ ਸੀ, ਸਵੱਛਤਾ ਅਭਿਆਨ ਦਾ ਨੂੰ ਵੀ ਪ੍ਰੈਕਟੀਕਲ ਰੂਪ ਦੇਣ ਵਾਸਤੇ ਇੱਥੇ NGOs ਨੇ ਕਾਫੀ ਰੋਲ ਅਦਾ ਕੀਤਾ, ਸਾਡੀ ਪਹਿਲ ਨੇ ਕੀਤਾ, ਕਾਫੀ ਕੰਮ ਕੀਤੇ। ਉਹਦੇ ਵਿੱਚ ਅਸੀਂ ਲੋਕਾਂ ਨੂੰ ਨਾਲ ਜੋੜਿਆ, ਉਹਨਾਂ ਨੂੰ ਕਿਹਾ ਕਿ ਜੇ ਥੋੜਾ ਜਿਹਾ ਹੀ ਤੁਸੀਂ ਆਪਣਾ ਘਰ ਹੀ ਸਾਫ਼ ਕਰ ਲੋਗੇ, ਆਪਣਾ ਮਹੱਲਾ ਹੀ ਸਾਫ਼ ਕਰ ਲੋਗੇ, ਉਹਦੇ ਵਿੱਚ ਹੀ ਪਿੱਟ ਕਿਵੇਂ ਬਣਾਉਣੀ ਹੈ, ਖਾਦ ਕਿਵੇਂ ਬਣਾਉਣੀ ਹੈ, ਇਹ ਜਾਣਕਾਰੀ ਅਸੀਂ ਲੋਕਾਂ ਨੂੰ ਦਿੱਤੀ ਤੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਸ ਤਰੀਕੇ ਨਾਲ, ਔਰ ਲੋਕਾਂ ਨੂੰ ਅੱਛਾ ਲੱਗਦਾ। ਬਿਲਕੁਲ ਲੋਕਾਂ ਨੂੰ ਲੱਗਦਾ ਹੀ ਨਹੀਂ, ਪਹਿਲਾਂ ਸਾਰੇ ਦਿਮਾਗ 'ਚ ਇਹੀ ਬੈਠਾ ਹੁੰਦਾ ਕਿ ਮੈਂ ਕੋਲ ਤਾਂ ਇੰਨੇ ਪੈਸੇ ਨਹੀਂ ਹੈ, ਮੈਂ ਤਾਂ ਪੈਸੇ ਦੀ ਡੋਨੇਸ਼ਨ ਦੇ ਨਹੀਂ ਸਕਦੀ, ਹੈ ਨਾ। ਫਿਰ ਅਸੀਂ ਇਹਨਾਂ ਨੂੰ ਦੱਸਦੇ ਹਾਂ ਕਿ ਸਿਰਫ ਡੋਨੇਸ਼ਨ ਪੈਸੇ ਦੀ ਨਹੀਂ ਹੁੰਦੀ, ਟਾਈਮ ਦੀ ਹੈ। ਅਸੀਂ ਨਵੇਂ ਸੂਟ ਸਵਾਨੇ ਆ, ਪੁਰਾਣੇ ਪਏ ਨੇ, ਉਹ ਡੋਨੇਟ ਕਰ ਦੋ, ਹੈ ਨਾ। ਬੱਚਿਆਂ ਦੀ ਨਵੀਂ ਯੂਨੀਫਾਰਮ ਆਈ ਹੈ, ਪੁਰਾਣੀ ਯੂਨੀਫਾਰਮ ਹੈ, ਉਹ ਡੋਨੇਟ ਕਰ ਦੋ। ਬੁੱਕਸ ਆਈਆਂ ਨੇ, ਪੁਰਾਣੀਆਂ ਨੇ, ਕਿਤਾਬਾਂ, ਖਿਡੌਣੇ ਆ, ਉਹ ਤੁਸੀਂ ਡੋਨੇਟ ਕਰ ਦੋ। ਇਹ ਵੀ ਇੱਕ ਡੋਨੇਸ਼ਨ ਹੀ ਹੈ ਜਿਹੜੀ ਕਿ ਅਸੀਂ ਲੋਕਾਂ ਤੱਕ ਸੁਨੇਹਾ ਪਹੁੰਚਾਉਂਦੇ ਹਾਂ, ਦੱਸਦੇ ਹਾਂ। ਤੇ ਜਿਸ ਤੁਸੀਂ ਗੱਲ ਦੱਸ ਰਹੇ ਸੀ ਤੇ ਕਿ ਮੈਂ ਪ੍ਰਿੰਸੀਪਲ ਐਜ਼ ਅ ਪ੍ਰਿੰਸੀਪਲ ਹੈ ਨਾ, ਬੱਚਿਆਂ ਨੂੰ ਗਾਈਡ ਵੀ ਤੁਸੀਂ ਕਰਦੇ ਹੋ, ਉਹਨਾਂ ਨੂੰ ਪੜ੍ਹਾਉਂਦੇ ਵੀ ਹੋ, ਤੇ ਪ੍ਰਿੰਸੀਪਲ ਵੀ ਤੁਸੀਂ ਹੋ। ਤੇ ਬਹੁਤ ਸਾਰੇ ਬੱਚੇ ਤੁਹਾਡੇ ਕੋਲ ਇਦਾਂ ਦੇ ਵੀ ਆਉਂਦੇ ਹੋਣਗੇ ਜਿਹੜੇ ਕਿ ਆਪਣੇ ਸਕੂਲ ਦੀ ਫੀਸ ਵੀ ਨਹੀਂ ਦੇ ਸਕਦੇ, ਤੇ ਉਹਨਾਂ ਨਾਲ ਕਿੱਦਾਂ ਜਿਹੜੇ ਉਹਨਾਂ ਦੇ ਮਾਪੇ ਕਿੱਦਾਂ ਰਾਬਤਾ ਤੁਹਾਡੇ ਨਾਲ ਕਾਇਮ ਕਰਦੇ ਨੇ ਤੇ ਕਿੱਦਾਂ ਉਹਨਾਂ ਦੀ ਮਦਦ ਫਿਰ ਕੀਤੀ ਜਾਂਦੀ ਹੈ, ਨਾ ਸਿਰਫ ਸਕੂਲ ਦੀ ਫੀਸ ਦੇ ਵਿੱਚ ਬਲਕਿ ਯੂਨੀਫਾਰਮ ਦੀ ਵੀ ਜਿਸ ਤਰ੍ਹਾਂ ਗੱਲ ਹੋ ਰਹੀ ਸੀ, ਕਿਤਾਬਾਂ ਦੀ ਗੱਲ ਹੋ ਰਹੀ ਸੀ। ਬਿਲਕੁਲ ਦੇਖੋ, ਜਦੋਂ ਤਾਂ ਜਿਹੜਾ ਮੈਂ ਆਪਣੇ ਨਿਰਮਾਣ ਜਿਹੜਾ ਮੈਂ ਆਪਣਾ ਸਕੂਲ ਚਲਾਉਂਦੀ ਹਾਂ, ਉਸ ਸਕੂਲ ਦੇ ਵਿੱਚ ਜਦੋਂ ਮੇਰੇ ਕੋਲ ਇਸ ਤਰ੍ਹਾਂ ਕੋਈ ਗਰੀਬ ਮਾਪੇ ਆਉਂਦੇ ਨੇ ਤਾਂ ਵੀ ਜਿੱਥੇ ਤਾਂ ਮੈਂ ਹੈਲਪ ਕਰ ਸਕਦੀ ਹਾਂ ਮੈਂ ਕਰਦੀ ਹਾਂ, ਲੇਕਿਨ ਜਿੱਥੇ ਮੈਂ ਨਹੀਂ ਕਰ ਸਕਦੀ ਫਿਰ ਮੈਂ ਉਹਨਾਂ ਨੂੰ ਮਨਾ ਕਰ ਦਿੰਦੀ ਹਾਂ। ਹਾਂ, ਯੂਨੀਫਾਰਮ ਹੈ, ਮੈਂ ਜ਼ਰੂਰ ਕਹਿ ਦਿੰਦੀ ਹਾਂ ਕਿ ਵੀ ਤੁਸੀਂ, ਮੈਂ ਆਪਣੇ ਸਕੂਲ ਦੇ ਹੀ ਕਿਸੇ ਬੱਚੇ ਦੀ ਪੁਰਾਣੀ ਯੂਨੀਫਾਰਮ ਲੈ ਕੇ ਮੈਂ ਤੁਹਾਨੂੰ ਦੇ ਦਾਂਗੀ, ਮੈਂ ਉਹਦਾ ਕੋਈ ਪੈਸਾ ਨਹੀਂ ਲਵਾਂਗੀ। ਬੁੱਕਸ ਤੁਸੀਂ ਸਕੂਲ ਦੇ ਹੀ ਕਿਸੇ ਬੱਚੇ ਕੋਲੋਂ ਹੀ ਬੁੱਕਸ ਤੁਸੀਂ ਪੁਰਾਣੀ ਲੈ ਸਕਦੇ ਹੋ, ਉਹਦੇ ਲਈ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਲੇਕਿਨ ਫੀਸ ਦੇ ਵਿੱਚ ਜਿੱਥੇ ਮੈਂ ਕਰ ਸਕਦੀ ਹਾਂ ਕਦੀ, ਕਿਉਂਕਿ ਵੀ ਸਕੂਲ ਦੀ ਫੀਸ ਆਏਗੀ ਤੇ ਮੈਂ ਸਕੂਲ ਚਲਾਵਾਂਗੀ, ਉੱਥੇ ਮੈਂ ਨਹੀਂ ਕਰ ਸਕਦੀ ਤਾਂ ਮੈਂ ਨਹੀਂ ਕਰ ਸਕਦੀ। ਉੱਥੇ ਜਿੱਥੇ ਹਾਂ ਪਹਿਲ ਦੇ ਵਿੱਚ ਅਸੀਂ ਜਿਵੇਂ ਸਕੂਲ ਚਲਾ ਰਹੇ ਹਾਂ ਫ੍ਰੀ, ਤਾਂ ਉੱਥੇ ਫਿਰ ਮੈਂ ਚਲਾ ਰਹੀ ਹਾਂ ਤੇ ਚਲਾ ਰਹੀ ਹਾਂ, ਉੱਥੇ ਤਾਂ ਫ੍ਰੀ 'ਚ ਕੰਮ ਚੱਲ ਹੀ ਰਿਹਾ ਜੀ। ਤੇ ਇੱਕ ਹੋਰ ਜਿਹੜਾ ਕੰਮ ਸੰਸਥਾਵਾਂ ਵੱਲੋਂ ਅੱਗੇ ਹੋ ਕੇ NGOs ਵੱਲੋਂ ਕੀਤਾ ਜਾਂਦਾ, ਅਸੀਂ ਆਮ ਤੌਰ ਤੇ ਦੇਖਦੇ ਹਾਂ ਕੁਝ ਟੈਲੀਵਿਜ਼ਨ ਤੇ ਜਾਂ ਅਖਬਾਰ ਦੇ ਵਿੱਚ ਤਸਵੀਰਾਂ ਆਉਂਦੀਆਂ ਜਦੋਂ ਸਮੂਹਿਕ ਵਿਵਾਹ ਜਿਹੜੇ ਇੱਕ ਉਤਸਵ ਦੇ ਤੌਰ ਤੇ ਉਹ ਕੀਤਾ ਜਾਂਦਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਇਹਦੇ ਨਾਲ ਮਦਦ ਮਿਲਦੀ ਹੈ। ਤੇ ਇਹ ਜਿਹੜਾ ਸਾਰਾ ਕਾਰਜ ਕੀਤਾ ਜਾਂਦਾ, ਇਹ ਕਿਸ ਤਰ੍ਹਾਂ ਕੀਤਾ ਜਾਂਦਾ? ਦੇਖੋ, ਇਹ ਵੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਵਲੰਟੀਅਰ ਸਾਡੇ ਸੁਸਾਇਟੀ ਦੇ ਵਿੱਚੋਂ ਹੀ ਆਉਂਦੇ ਨੇ, ਉਹ ਫਿਰ ਜਦੋਂ ਦੇਖਦੇ ਨੇ ਕਿ ਇਹ ਸਹੀ ਮਾਇਨੇ ਵਿੱਚ ਗਰੀਬ ਪਰਿਵਾਰ ਹੈ, ਇਹਦੇ ਬੱਚੇ ਦਾ ਵਿਆਹ ਹੋਣ ਵਾਲਾ ਹੈ, ਉਹ ਫਿਰ ਜਿਹੜੀ NGOs ਕੰਮ ਕਰਦੀਆਂ ਨੇ ਉਹ ਫਿਰ ਉਹਨਾਂ ਤੱਕ ਪਹੁੰਚ ਕੀਤੀ ਜਾਂਦੀ ਹੈ। ਉਹਨਾਂ ਨੂੰ ਕਿਹਾ ਜਾਂਦਾ, ਉਹਨੂੰ ਨਕੋਦਰ ਦੇ ਵਿੱਚ ਇੱਕ NGO ਉਹ ਇਸ ਤਰ੍ਹਾਂ ਦੇ ਸਮੂਹਿਕ ਵਿਆਹ ਕਰਦੇ ਨੇ, ਹੋਰ ਵੀ NRIs ਆਉਂਦੇ ਨੇ, ਉਹ ਇਸ ਤਰ੍ਹਾਂ ਸਮੂਹਿਕ ਵਿਆਹ ਕਰਵਾ ਦਿੰਦੇ ਨੇ, ਤੇ ਫਿਰ ਉਹਨਾਂ ਤੱਕ ਅਸੀਂ ਅਪਰੋਚ ਕਰਵਾ ਦਿੰਦੇ ਹਾਂ ਕਿ ਵੀ ਤੁਸੀਂ ਇਹ ਸੱਚੀ ਗਰੀਬ ਪਰਿਵਾਰ ਹੈ ਔਰ ਅੱਛੀ ਫੈਮਿਲੀ ਹੈ, ਲੜਕਾ ਵੀ ਅੱਛਾ ਹੈ, ਲੜਕੀ ਵੀ ਅੱਛੀ ਹੈ, ਤੇ ਉਹਨਾਂ ਤੱਕ ਗੱਲ ਕਰਦੇ ਫਿਰ ਅਗਲੇ ਵਿਸ਼ਵਾਸ ਕਰਦੇ ਆ ਤੇ ਆਪਾਂ ਇਸ ਤਰ੍ਹਾਂ ਉਹਨਾਂ ਦੀ ਹੈਲਪ ਜਿਹੜੀ ਹੈ ਕਰਵਾ ਦੇ। ਤੇ ਇਹਦੇ ਵਿੱਚ ਕੋਈ ਆਰਥਿਕ ਮਦਦ ਵੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ? ਹਾਂਜੀ, ਬਿਲਕੁਲ ਆਰਥਿਕ ਮਦਦ ਕੀਤੀ ਜਾਂਦੀ ਹੈ ਕਿ ਆਪਾਂ ਵਿਆਹ ਸਿੰਪਲ ਕਰਕੇ ਤੇ ਉਹਨਾਂ ਨੂੰ ਸ਼ਗਨ ਦੇ ਤੌਰ ਤੇ ਉਹਨਾਂ ਨੂੰ ਪੈਸੇ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਤਾਂ ਜੋ ਆਪਣੀ ਅਗਲੀ ਨਵੀਂ ਵਿਆਹਿਕ ਜ਼ਿੰਦਗੀ ਜਿਹੜੀ ਹੈ ਉਹ ਆਪਣੀ ਸ਼ੁਰੂ ਕਰ ਸਕਣ, ਔਰ ਕੁਝ ਬੇਸਿਕ ਜ਼ਰੂਰਤਾਂ ਵਾਲੀ ਜਿਹੜੀ ਚੀਜ਼ਾਂ ਨੇ ਉਹ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਤਾਂ ਜੋ ਆਪਣੀ ਇਮੀਡੀਏਟ ਜਿਹੜੀ ਮੈਰਿਡ ਲਾਈਫ ਹੈ ਉਹਦੇ ਲਈ ਜਿਹੜੀ ਜ਼ਰੂਰਤਾਂ ਨੇ ਉਹ ਪੂਰੀਆਂ ਕਰ ਸਕਣ ਜੀ। ਤੇ ਜਿਸ ਤਰ੍ਹਾਂ ਕਿਹਾ ਜਾਂਦਾ ਨਾ ਕਿ ਜੇ ਕਿਸੇ ਨੂੰ ਰੋਜ਼ਗਾਰ ਦੇ ਦਿੱਤਾ ਜਾਵੇ, ਮੁਹੱਈਆ ਕਰਾ ਦਿੱਤਾ ਜਾਵੇ ਤਾਂ ਉਹਦੀ ਜ਼ਿੰਦਗੀ ਆਸਾਨ ਹੋ ਜਾਂਦੀ ਹੈ। ਕਿ ਇਸ ਖੇਤਰ ਦੇ ਵਿੱਚ ਵੀ ਕੰਮ ਕੀਤਾ ਜਾਂਦਾ ਹੈ ਕਿ ਮੁੰਡੇ ਜਾਂ ਕੁੜੀਆਂ ਉਹਨਾਂ ਨੂੰ ਇਸ ਕਾਬਿਲ ਬਣਾਇਆ ਜਾਏ ਜਾਂ ਐਸਾ ਕੋਈ ਸਕਿੱਲ ਉਹਨਾਂ ਨੂੰ ਦਿੱਤਾ ਜਾਏ ਕਿ ਅੱਗੇ ਰੋਜ਼ਗਾਰ ਦੇ ਸਾਧਨ ਬਣ ਸਕਣ? ਦੇਖੋ, ਬਿਲਕੁਲ ਇਹ ਅਵੇਅਰਨੈਸ ਦੀ ਬੜੀ ਜ਼ਰੂਰਤ ਹੈ ਕਿ ਜੇ ਹੁਣ ਹਰ
ਹਰ ਇੱਕ ਨੂੰ ਨੌਕਰੀ ਚਾਹੀਦੀ ਹੈ ਨਾ। ਹੁਣ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਪਹਿਲ ਦੇ ਵਿੱਚ ਸਾਡੇ 4 ਫੰਡਡ ਪ੍ਰੋਗਰਾਮ ਹੈ ਤੇ ਮੇਰੇ ਕੋਲ ਤਕਰੀਬਨ 50 ਸਟਾਫ ਮੈਂਬਰ ਨੇ ਜਿਹੜੇ ਸੈਲਰੀ ਲੈ ਕੇ ਕੰਮ ਕਰਦੇ ਆ। ਜੀ ਜੀ ਜਿੱਥੇ ਵਲੰਟੀਅਰਸ ਨੇ ਉਹ ਅਲੱਗ ਨੇ, ਇਹ ਸੈਲਰੀ ਲੈ ਕੇ ਕੰਮ ਕਰਦੇ ਆ। ਸੈਲਰੀ ਲੈ ਕੇ ਕੰਮ, ਸੈਲਰੀ ਬਹੁਤ ਜ਼ਿਆਦਾ ਤਾਂ ਨਹੀਂ ਹੁੰਦੀ ਲੇਕਿਨ ਫਿਰ ਵੀ ਆਪਣੀ ਲਾਈਵਲੀਹੁੱਡ ਜਿਹੜੀ ਹੈ ਚੱਲ ਸਕਦੀ ਹੁੰਦੀ ਹੈ। ਤੇ ਇਹ ਵੀ ਇੱਕ ਫੀਲਡ ਹੈ ਜਿਹਦੇ ਵਿੱਚ ਕਿ ਤੁਸੀਂ ਮਤਲਬ ਸਾਨੂੰ ਯੂਥ ਨੂੰ ਅਵੇਅਰ ਕਰਨ ਦੀ ਜ਼ਰੂਰਤ ਹੈ ਕਿ ਤੁਸੀਂ NGO ਵਿੱਚ ਵੀ ਕੰਮ ਕਰ ਸਕਦੇ ਹੋ, ਉੱਥੇ ਵੀ ਤੁਹਾਨੂੰ ਜਿਹੜੇ ਨੇ ਉਹ ਪੈਸੇ ਮਿਲ ਜਾਣਗੇ, ਹੈ ਨਾ। ਤੇ ਇਹ ਵੀ ਇੱਕ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਵੀ ਤੁਸੀਂ ਹੁਣ ਦੂਸਰਾ ਇਸ ਤੋਂ ਇਲਾਵਾ ਕਿ ਅਸੀਂ ਸਕਿੱਲ ਦਿੰਦੇ ਹਾਂ, ਔਰਤਾਂ ਨੂੰ ਟ੍ਰੇਨਿੰਗ ਦਿੰਦੇ ਹਾਂ। ਹੁਣ ਮੇਰੇ ਕੋਲ ਇੱਕ ਬੈਚ ਹੈ ਹੁਣੇ ਮੇਰਾ ਜਿਹਦੇ 'ਚ ਝੁੱਗੀ ਚੌਂਪੜੀਆਂ ਵਾਲੀਆਂ ਕੁੜੀਆਂ ਨੇ ਜਿਨ੍ਹਾਂ ਨੂੰ ਮੈਂ ਪਾਰਲਰ ਦਾ ਕੋਰਸ ਕਰਵਾਇਆ, ਹੈ ਨਾ। ਮੈਂ ਉਹਨਾਂ ਨੂੰ ਪਾਰਲਰ ਦਾ ਕੋਰਸ ਪੂਰਾ 6 ਮਹੀਨੇ ਕੋਰਸ ਚੱਲਿਆ। 6 ਮਹੀਨੇ ਦੇ ਕੋਰਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਇੱਕ ਕਿੱਟ ਬਣਾ ਕੇ ਦਿੱਤੀ ਹੈ। ਕਿੱਟ ਦੇ ਵਿੱਚ ਮੈਂ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਦਿੱਤੀਆਂ ਜਿਹਦੇ ਨਾਲ ਕਿ ਉਹ ਆਪਣਾ ਪਾਰਲਰ ਦਾ ਕੰਮ ਸ਼ੁਰੂ ਕਰ ਸਕਦੀਆਂ ਨੇ। ਹੁਣ ਉਹ ਮੇਰਾ ਸੈਕਿੰਡ ਬੈਚ ਚੱਲਦਾ ਪਿਆ, ਭਗਤ ਸਿੰਘ ਕਲੋਨੀ ਇੱਥੇ ਹੈ, ਉੱਥੇ ਮੇਰਾ ਹੁਣ ਸੈਕਿੰਡ ਬੈਚ ਚੱਲਦਾ ਪਿਆ। ਜਿਹੜੀਆਂ ਉਹਨਾਂ ਮੈਂ 30 ਕੁੜੀਆਂ ਲੈਂਦੀ ਹਾਂ ਤੇ 30 ਕੁੜੀਆਂ ਨੂੰ ਅਸੀਂ ਟ੍ਰੇਨਿੰਗ ਦਿਲਵਾਈ ਦੀ ਹੈ, 6 ਮਹੀਨੇ ਦੀ ਟ੍ਰੇਨਿੰਗ। ਉਸ ਤੋਂ ਬਾਅਦ 6 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਜਿਨ੍ਹਾਂ ਨੇ ਰੈਗੂਲਰ ਅਟੈਂਡ ਕੀਤੀ ਹੈ ਉਹਨਾਂ ਨੂੰ ਫਿਰ ਕਿੱਟ ਦੇਈਦੀ ਹੈ ਕਿ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕੋ, ਹੈ ਨਾ। ਇਹ ਤਾਂ ਹੈ। ਤੇ ਦੂਜਾ ਜਿਹੜੇ ਹੈ ਸਾਡੇ ਕੋਲ ਪੇਡ ਸਟਾਫ ਹੈ ਜਿਨ੍ਹਾਂ ਨੂੰ ਅਸੀਂ ਸੈਲਰੀ ਦਿੰਦੇ ਹਾਂ ਤੇ ਉਹਨਾਂ ਕੋਲੋਂ ਅਸੀਂ ਕੰਮ ਲੈਂਦੇ ਹਾਂ ਜੀ। ਤੇ ਯੂਥ ਨੂੰ ਖਾਸ ਤੌਰ ਤੇ ਅਸੀਂ ਗੱਲ ਜੇ ਕਰੀਏ ਕਿ ਨੌਜਵਾਨ ਮੁੰਡੇ ਕੁੜੀਆਂ ਨੂੰ ਕਿਸ ਤਰ੍ਹਾਂ ਅਸੀਂ ਹੋਰ ਜਾਗਰੂਕ ਕਰ ਸਕਦੇ ਹਾਂ ਤਾਂ ਕਿ ਉਹ NGOs ਦੇ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨ। ਦੇਖੋ ਅੱਜ NGO ਵਰਲਡ NGO ਡੇ ਹੈ, ਉਹਦੇ ਵਿੱਚ ਤਾਂ ਇਹ ਮਨਾਉਣ ਦਾ ਹੀ ਪਰਪਸ ਇਹ ਹੈ ਕਿ ਯੂਥ ਨੂੰ, ਲੋਕਾਂ ਨੂੰ, ਆਮ ਸਭ ਨੂੰ ਇਹ ਦੱਸਿਆ ਜਾਵੇ ਕਿ NGOs ਕੰਮ ਕਰਦੀਆਂ ਨੇ, ਕਿਹੜੀ NGO ਕਿਸ ਫੀਲਡ ਵਿੱਚ ਕੰਮ ਕਰਦੀ ਹੈ। ਆਪਾਂ ਸੋਸ਼ਲ ਮੀਡੀਆ ਦੇ ਵਿੱਚ ਵੀ ਇੱਕ ਭੂਮਿਕਾ ਅਦਾ ਕਰ ਸਕਦੇ ਹਾਂ ਕਿ ਇੱਕ ਇਹ NGO ਹੈ, ਇਹ ਕੰਮ ਕਰਦੀ ਹੈ, ਕਿਹੜਾ ਕੰਮ ਕਰਦੀ ਹੈ। ਤੁਸੀਂ NGO ਦੇ ਬਾਰੇ ਹੀ ਉਹਨਾਂ ਨੂੰ ਜਾਣਕਾਰੀ ਦੇ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਜੇ। ਕੋਈ ਆਪਣਾ NGO ਦਾ ਮੈਂਬਰ ਬਣ ਸਕਦਾ ਹੈ, ਕੋਈ ਨੋਮੀਨਲ ਜੀ ਫੀਸ ਹੁੰਦੀ ਹੈ, ਮੈਂਬਰ ਬਣ ਕੇ ਤੁਸੀਂ ਆਪਣਾ ਕੋਈ ਟਾਈਮ ਦੇ ਸਕਦਾ ਹੈ, ਕੋਈ ਪੈਸੇ ਮਦਦ ਕਰ ਸਕਦਾ, ਕੋਈ ਚੀਜ਼ਾਂ ਦੇ ਕੇ ਮਦਦ ਕਰ ਸਕਦਾ। ਅਸੀਂ ਉਹਨਾਂ ਨੂੰ ਅਵੇਅਰ ਕਰਨਾ। ਫਿਰ ਯੂਥ ਹੈ ਉਹਨਾਂ ਨੂੰ ਕਹਿੰਦੇ ਆ ਤੁਹਾਡੀ ਪਰਸਨੈਲਿਟੀ ਡਿਵੈਲਪਮੈਂਟ ਹੋਏਗੀ, ਤੁਹਾਨੂੰ ਇੱਕ ਸਰਟੀਫਿਕੇਟ ਮਿਲੇਗਾ। ਉਸ ਸਰਟੀਫਿਕੇਟ ਦਾ ਕੱਲ ਨੂੰ ਤੁਸੀਂ ਇੱਥੇ ਜੌਬ ਲੈਣੀ ਹੈ ਤੇ ਤੁਸੀਂ ਉਹ ਜੌਬ ਦੇ ਵਿੱਚ ਆਪਣਾ ਸਰਟੀਫਿਕੇਟ ਦਿਖਾਓਗੇ। ਬਲੱਡ ਡੋਨੇਸ਼ਨ ਕਰੋਗੇ ਤਾਂ ਤੁਸੀਂ ਹਰ 3 ਮਹੀਨੇ ਬਾਅਦ ਤੁਸੀਂ ਬਲੱਡ ਡੋਨੇਟ ਕਰ ਸਕਦੇ ਹੋ। ਬਲੱਡ ਡੋਨੇਸ਼ਨ ਤੋਂ ਬਾਅਦ ਤੁਹਾਨੂੰ ਇੱਕ ਸਰਟੀਫਿਕੇਟ ਮਿਲਦਾ ਹੈ। ਉਸ ਸਰਟੀਫਿਕੇਟ ਦੀ ਤੁਹਾਡੀ ਕਿੰਨੀ ਵੈਲਿਊ ਹੈ। ਪਰਮਾਤਮਾ ਨਾ ਕਰੇ ਜੇ ਤੁਹਾਨੂੰ ਕੱਲ ਨੂੰ ਕਿਤੇ ਜ਼ਰੂਰਤ ਪੈ ਜਾਂਦੀ ਹੈ ਤੇ ਤੁਹਾਨੂੰ ਫ੍ਰੀ ਦੇ ਵਿੱਚ ਬਲੱਡ ਮਿਲ ਜਾਏਗਾ, ਹੈ ਨਾ। ਹੁਣ ਮੈਨੂੰ ਯਾਦ ਹੈ ਕਿ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਕਿ ਕੈਂਸਰ ਸੀਗਾ ਉਹਨਾਂ ਨੂੰ ਤੇ ਇੱਥੋਂ ਅਚਾਨਕ ਐਮਰਜੈਂਸੀ ਵਿੱਚ ਸਾਨੂੰ ਜਾਣਾ ਪੈ ਗਿਆ ਤੇ ਉੱਥੇ ਅਸੀਂ ਏਮਜ਼ ਵਿੱਚ ਚਲੇ ਗਏ। ਮੈਂ ਤੇ ਪ੍ਰੋਫੈਸਰ ਸਾਹਿਬ ਦੋਨੋਂ ਜਾਣੇ ਸੀਗੇ। ਡਾਕਟਰ ਸਾਹਿਬ ਨੇ ਕਿਹਾ ਕਿ ਬਲੱਡ ਦੀ ਜ਼ਰੂਰਤ ਪਏਗੀ। ਮੈਂ ਉੱਥੇ ਬਲੱਡ ਬੈਂਕ ਵੀ ਚਲੀ ਗਈ। ਮੈਂ ਉੱਥੇ ਜਾ ਕੇ ਦੱਸਿਆ ਕਿ ਵੀ ਮੈਂ ਇੱਧਰ ਰੈਗੂਲਰ ਬਲੱਡ ਡੋਨਰ ਹਾਂ ਤੇ ਅਸੀਂ NGO ਦੀ ਮੈਂ ਮੈਂਬਰ ਹਾਂ। ਮੈਂ ਉਦੋਂ ਮੈਂਬਰ ਸੀ, ਪ੍ਰੈਜ਼ੀਡੈਂਟ ਪ੍ਰੋਫੈਸਰ ਸਾਹਿਬ ਸੀ। ਤਾਂ ਮੇਰੀ ਉਹਨਾਂ ਨੇ ਇੰਨੀ ਇੱਜ਼ਤ ਕੀਤੀ। ਮੈਂ ਕਿਹਾ ਵੀ ਮੇਰੇ ਕੋਲ ਪਰ ਸਰਟੀਫਿਕੇਟ ਨਹੀਂ ਹੈ ਵੀ ਮੈਂ ਤੁਹਾਨੂੰ ਦੱਸਾਂ ਕਿ ਵੀ ਮੈਂ ਇੰਨੀ ਵਾਰੀ ਬਲੱਡ ਡੋਨੇਟ ਕੀਤਾ। ਕਹਿੰਦੇ ਨਹੀਂ ਤੁਸੀਂ ਕਹਿ ਦਿੱਤਾ, ਸਾਨੂੰ ਤੁਹਾਡੇ ਤੇ ਪੂਰਾ ਯਕੀਨ ਹੈ। ਉਹ ਤੁਸੀਂ ਜਾਓ, ਆਪਣਾ ਫੋਨ ਨੰਬਰ ਦਿਓ, ਜਿੰਨੇ ਤੁਹਾਨੂੰ ਯੂਨਿਟ ਬਲੱਡ ਦੀ ਲੋੜ ਹੈ ਤੁਹਾਨੂੰ ਉੱਥੇ ਪਹੁੰਚ ਜਾਏਗਾ। ਮਤਲਬ ਮੈਨੂੰ ਬੜਾ ਅੱਛਾ ਲੱਗਿਆ। ਔਰ ਮੈਨੂੰ ਲੱਗਦਾ ਕਿ ਵੀ ਪਤਾ ਨਹੀਂ ਕਿਹੜੇ ਵੇਲੇ ਪਰਮਾਤਮਾ ਨੂੰ ਕਿਹਨੂੰ ਕਿਸ ਵੇਲੇ ਕਿਸ ਤਰ੍ਹਾਂ ਦੀ ਜ਼ਰੂਰਤ ਪੈ ਜਾਣੀ ਹੈ। ਪਰ ਜੇ ਤੁਸੀਂ ਬਲੱਡ ਡੋਨੇਟ ਕਰਦੇ ਹੋ ਤੇ ਤੁਹਾਡੇ ਕੋਲ ਇਹ ਸ਼ੋਰ ਹੋ ਜਾਂਦਾ ਜੇ ਕੱਲ ਨੂੰ ਪਰਮਾਤਮਾ ਨਾ ਕਰੇ ਤੁਹਾਨੂੰ ਜ਼ਰੂਰਤ ਪਵੇ, ਜੇ ਮੈਨੂੰ ਨਹੀਂ ਤੇ ਮੇਰੇ ਕਿਸੇ ਆਪਣੇ ਨੂੰ ਜ਼ਰੂਰਤ ਪਏਗੀ ਤਾਂ ਮੈਂ ਬਲੱਡ ਦਿਲਵਾ ਸਕਦੀ ਹਾਂ। ਜੀ ਤੇ ਮੈਮ ਹਰਵਿੰਦਰ ਕੌਰ ਜੀ, ਹੁਣ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਜਾਂਦੇ ਵਰਲਡ NGO ਡੇ ਤੇ ਕੋਈ ਨਾ ਕੋਈ ਸੁਨੇਹਾ ਦਰਸ਼ਕਾਂ ਨੂੰ ਜ਼ਰੂਰ ਦਿਓ। ਹਾਂਜੀ, ਮੈਂ ਇਹੀ ਸੁਨੇਹਾ ਸਭ ਨੂੰ ਦੇਵਾਂਗੀ ਕਿ ਆਪਾਂ ਨੂੰ ਕਿਸੇ ਨਾ ਕਿਸੇ NGO ਦਾ ਤੁਸੀਂ ਮੈਂਬਰ ਬਣੋ। NGO ਦੇ ਲਈ ਵਿੱਚ ਤੁਸੀਂ ਕੰਮ ਕਰੋ। ਜੇ ਤੁਸੀਂ ਕੰਮ ਕਈ ਤਰ੍ਹਾਂ ਦਾ ਕਰ ਸਕਦੇ ਹੋ, ਤੁਸੀਂ ਪੈਸੇ ਦੀ ਡੋਨੇਸ਼ਨ ਦੇ ਸਕਦੇ ਹੋ, ਕਿਸੇ ਆਪਣੇ ਟਾਈਮ ਦੀ ਡੋਨੇਸ਼ਨ ਦੇ ਸਕਦੇ ਹੋ, ਆਪਣੀ ਕਿਸੇ ਚੀਜ਼ ਦੀ ਡੋਨੇਸ਼ਨ ਦੇ ਸਕਦੇ ਹੋ। ਜੇ ਨਹੀਂ ਤੇ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ NGO ਦੇ ਬਾਰੇ ਪੋਜ਼ਿਟਿਵ ਦੱਸ ਕੇ ਤੇ ਲੋਕਾਂ ਤੱਕ ਸੁਨੇਹਾ ਪਹੁੰਚਾ ਸਕਦੇ ਹੋ ਕਿ ਕੋਈ NGO ਕੰਮ ਕਰ ਰਹੀ ਹੈ ਤੇ ਕਿਸ ਤਰ੍ਹਾਂ ਦਾ ਕੰਮ ਕਰ ਰਹੀ ਹੈ। ਔਰ ਇਹ ਵੀ ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਵੀ ਕਿਸੇ NGO ਦੇ ਬਾਰੇ ਜਾਣਕਾਰੀ ਦਿੱਤੀ ਜਾਵੇ, ਦੱਸਿਆ ਜਾਵੇ। ਇਹ ਵੀ ਇੱਕ ਤਰ੍ਹਾਂ ਨਾਲ ਇੱਕ ਤੁਹਾਡੀ ਡੋਨੇਸ਼ਨ ਹੀ ਹੈ। ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ ਵਰਲਡ NGO ਡੇ ਤੇ ਤੁਸੀਂ ਬਹੁਤ ਖਾਸ ਗੱਲਾਂ ਦਰਸ਼ਕਾਂ ਨੂੰ ਦੱਸੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਸ਼ੁਕਰੀਆ ਤੁਹਾਡਾ ਸਭ ਦਾ, ਸਾਰੇ ਦੂਰਦਰਸ਼ਨ ਵਾਲਿਆਂ ਦਾ। ਬਾਗਾਂ ਵਿੱਚੋਂ ਉੱਠ
ਉੱਠ ਕੇ ਬਾਹਰ ਆ ਗਈਆਂ, ਹੱਸਨੇ ਖੰਡਾਉਣ ਮੁਟਿਆਰਾਂ ਆ ਗਈਆਂ। ਬਾਗਾਂ ਵਿੱਚੋਂ ਹੀ ਉੱਠ ਕੇ ਬਾਹਰ ਆ ਗਈਆਂ, ਹੱਸਨੇ ਖੰਡਾਉਣ ਮੁਟਿਆਰਾਂ ਆ ਗਈਆਂ। ਅੰਬਰਾਂ ਚ ਪੂੰਜਾਂ ਦੀਆਂ ਡਾਰਾਂ ਗਈਆਂ, ਸੂਰਜ ਸੁਨੱਖੀਆਂ ਨੇ ਨਾਰਾਂ ਗਈਆਂ। ਧਰਤੀ ਦਾ ਵੇੜਾ ਸਦਾ ਹੱਸਦਾ ਰਹੇ, ਧਰਤੀ ਦਾ ਵੇੜਾ ਸਦਾ ਹੱਸਦਾ ਰਹੇ। ਰੰਗਲਾ ਪੰਜਾਬ ਸਾਡਾ ਵਸਦਾ ਰਹੇ, ਰੰਗਲਾ ਪੰਜਾਬ ਸਾਡਾ ਵਸਦਾ ਰਹੇ, ਰੰਗਲਾ ਪੰਜਾਬ ਸਾਡਾ ਵਸਦਾ ਰਹੇ। ਰੰਗਲਾ ਪੰਜਾਬ ਸਾਡਾ ਵਸਦਾ ਰਹੇ। ਛੈਲ ਤੇ ਛਬਿਲ ਮੁੱਛ ਫੁੱਟ ਗੱਭਰੂ, ਖਿੜੀਆਂ ਕਪਾਹ ਦੇ ਨ ਫੁੱਟ ਗੱਭਰੂ। ਛੈਲ ਤੇ ਛਬਿਲ ਮੁੱਛ ਫੁੱਟ ਗੱਭਰੂ, ਖਿੜੀਆਂ ਕਪਾਹ ਦੇ ਨ ਫੁੱਟ ਗੱਭਰੂ। ਹਾਸਿਆਂ ਦੀ ਪੌਂਦ ਜਿਹੜੇ ਲੁੱਟ ਗੱਭਰੂ, ਇੱਟ ਨਾਲ ਲੈਂਦੇ ਕੁੱਗੀ ਕੁੱਟ ਗੱਭਰੂ। ਮਹਿਕਦੇ ਜੋ ਮਹਿਕਦੇ ਜੋ ਮਹਿਕਦੇ ਜੋ ਫੁੱਲ ਬਾਗ 'ਚ ਗੁਲਾਬ ਦੇ। ਪੱਤ ਦੇ ਸ਼ਕੀਨ ਮੁੰਡੇ ਨੇ ਪੰਜਾਬ ਦੇ, ਪੱਤ ਦੇ ਸ਼ਕੀਨ ਮੁੰਡੇ ਨੇ ਪੰਜਾਬ ਦੇ, ਪੱਤ ਦੇ ਸ਼ਕੀਨ ਮੁੰਡੇ ਨੇ ਪੰਜਾਬ